ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਵੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਦਸਨ ਦਮਕ ਅਦਰਨ ਮਦ ਆਸੇ। ਗਿਰਾ ਸਦਨ ਹੀਰਾ ਵਲ ਜੈਸੇ। ਭੁਜ ਸੁੰਦਰ ਕਰ ਸਜਤ ਕਿਉਰਾ। ਕਲ ਕੁੰਡਲ ਸ਼੍ਰੋਨਨ ਸ਼ਬਰੂਰਾ। ਦਸਨ ਦਮਕ ਅਦਰਨ ਮਦ ਆਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਾਹਿਬ ਕਮਾਲ। ਫੌਜਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ, ਜੁਗੋ ਜੁਗ ਅਟਲ, ਪ੍ਰਤੱਖ ਹਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਖਾਲਸਾ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਬੇਅੰਤ ਸੰਗਤਾਂ ਨੇ ਭਰੀਆਂ ਹਨ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ
ਇਸ ਸਮੇਂ ਦਾ, ਇਸ ਮਨੁੱਖਾ ਜਨਮ ਦਾ ਲਾਹਾ ਲੈ ਰਹੇ ਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਉਹਨਾਂ ਦੀ ਮਹਾਨ ਪਾਵਨ ਪਵਿੱਤਰ ਕਥਾ, ਜੋ ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਐਸੀ ਗੁਰਾਂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਉਸ ਨੂੰ ਸਰਵਣ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਆਪ ਸੰਗਤਾਂ ਨੇ ਕਾਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਜੀ ਗੋਪਾਲ ਪਾਂਧੇ ਨੂੰ ਉਪਦੇਸ਼ ਕਰਕੇ, ਨਿਹਾਲ ਕਰਕੇ ਜਦੋਂ ਘਰ ਵਾਪਸ ਆ ਗਏ, ਹਜੇ ਛੁੱਟੀ ਨਹੀਂ ਸੀ ਹੋਈ ਪਾਠਸ਼ਾਲਾ ਵਿੱਚੋਂ, ਸਮਾਂ ਨਹੀਂ ਸੀ ਹੋਇਆ, ਪਹਿਲਾਂ ਆ ਗਏ, ਕਿਉਂਕਿ ਗੋਪਾਲ ਪਾਂਧਾ ਤੇ ਗੁਰੂ ਜੀ ਦੇ ਚਰਨੀ ਢਹਿ ਪਿਆ ਸੀ। ਗੁਰੂ ਜੀ ਦੇ ਲੱਕ ਨਾਲ, ਕਮਰ ਨਾਲ ਤੜਾਗੀ ਬੰਨੀ ਹੋਈ ਹੈ, ਘੁੰਗਰੂਆਂ ਵਾਲੀ, ਚਰਨਾਂ ਵਿੱਚ ਪੌਟੇ ਹੈ। ਉਹਦੀ ਜਦੋਂ ਛਣ ਛਣ ਹੋਈ ਹੈ ਆਉਂਦੇ ਸਮੇਂ, ਪ੍ਰਕਾਸ਼ ਆਵਾਜ਼ਾ ਹੋਇਆ ਸ਼ਬਦ ਦਾ। ਮਾਤਾ ਜੀ ਨੇ ਦੇਖਿਆ ਕਿ ਇਹ ਤੇ ਸੁਪੁੱਤਰ ਨਾਨਕ ਗੁਰੂ ਸਾਹਿਬ ਜੀ ਆ ਗਏ ਹੈ, ਤੇ ਬਚਨ ਕਿਹਾ ਕਿ ਪੁੱਤਰ ਜੀ ਹਜੇ ਆ ਛੁੱਟੀ ਨਹੀਂ ਹੋਈ, ਸ਼ਾਮ ਨਹੀਂ ਪਈ, ਪਹਿਲਾਂ ਤੁਸੀਂ ਘਰ ਆ ਗਏ ਹੋ ਚੱਲ ਕੇ। ਜੇ ਤੁਹਾਡੇ ਪਿਤਾ ਜੀ ਨੂੰ ਪਤਾ ਲੱਗਾ ਤੇ ਉਹ ਤੁਹਾਨੂੰ ਬੜਾ ਗੁੱਸੇ ਹੋਣਗੇ, ਤਾੜਨਗੇ। ਤੁਸੀਂ ਕਿਉਂਕਿ ਆ ਲੇਖੇ ਦੀ ਪੜ੍ਹਾਈ ਜਿਹੜੀ ਉਹ ਸਹੀ ਤਰ੍ਹਾਂ ਨਹੀਂ ਪੜ੍ਹਦੇ, ਖੇਲਣ ਮੱਲਣ ਵਿੱਚ ਤੁਸੀਂ ਜ਼ਿਆਦਾ ਖੁਸ਼ ਰਾਜੀ ਹੋ। ਇਹ ਬਚਨ ਕਹੇ ਹੈ ਗੁਰੂ ਨਾਨਕ ਸਾਹਿਬ ਜੀ ਲੀਲਾ ਕਰਦੇ ਹੋਏ ਬਾਲਕਾਂ ਬੱਚਿਆਂ ਦੀ ਨਿਆਈ ਆ ਨੇਤਰਾਂ ਵਿੱਚ ਜਲ ਜਾ ਲੈ ਆਉਂਦਾ ਹੈ। ਜਿਵੇਂ ਕਿਸੇ ਬੱਚੇ ਨੂੰ ਘਰ ਦੇ ਵਿੱਚ ਮਾਂ ਡਾਂਟੇ ਤੇ ਉਹ ਬੱਚੇ ਕਈ ਰੋ ਪੈਂਦੇ ਹੈ ਨਾ, ਅੱਖਾਂ ਵਿੱਚ ਪਾਣੀ ਜਾ ਲੈ ਆਉਂਦੇ ਹੈ। ਗੁਰੂ ਨਾਨਕ ਸਾਹਿਬ ਜੀ ਨੇਤਰਾਂ ਵਿੱਚ ਜਲ ਲੈ ਆਏ ਹੈ। ਇਵੇਂ ਵਿਹੜੇ ਵਿੱਚ ਜ਼ਮੀਨ 'ਤੇ ਬੈਠ ਕੇ ਹੀ ਉਹ ਧਰਤੀ ਜੀ ਨੌਵਾਂ ਨਾਲ ਖਰੋਚਣ ਲੱਗ ਪਏ। ਮਾਤਾ ਜੀ ਨੇ ਵੇਖਿਆ ਵੀ ਪੁੱਤਰ ਇਹ ਤੇ ਰੋਣ ਲੱਗ ਪਏ ਹੈ। ਪ੍ਰੇਮ ਕੀਤਾ ਹੈ, ਪ੍ਰੇਮ ਨਾਲ ਗੁਰੂ ਜੀ ਦਾ ਹਸਤ ਕਮਲ ਫੜ ਕੇ ਗੋਦੀ ਵਿੱਚ ਬਿਠਾਇਆ ਤੇ ਕਹਿੰਦੇ ਪੁੱਤਰ ਜੀ ਤੁਸੀਂ ਰੋ ਨਾ, ਤੁਸੀਂ ਜਿੰਨੇ ਗਹਿਣੇ ਕਹੋਗੇ ਹੋਰ ਕਢਵਾ ਦੇਣੀ ਆ, ਸੁੰਦਰ ਗਹਿਣੇ ਪਾਓ, ਮਿੱਠੇ ਭੋਜਨ ਛਕੋ, ਪਰ ਪੜ੍ਹ ਲਓ। ਅੱਜ ਤੁਸੀਂ ਪੜ੍ਹ ਲਓਗੇ, ਵੱਡੇ ਹੋਇਆਂ ਤੁਹਾਡੇ ਕੰਮ ਆਵੇਗਾ। ਆਪਣੇ ਤੇ ਘਰ ਦਾ ਲੇਖਾ ਜੋਖੇ ਦਾ ਹੀ ਹਿਸਾਬ ਕਿਤਾਬ ਤੁਹਾਡੇ ਪਿਤਾ ਜੀ ਕਰਦੇ ਆ ਰਹੇ ਹੈ। ਕੱਲ੍ਹ ਨੂੰ ਤੁਸੀਂ ਵੀ ਉਸੇ ਤਰ੍ਹਾਂ ਨੌਕਰੀ ਕਰਨੀ। ਇਸ ਤਰ੍ਹਾਂ ਬੜਾ ਪ੍ਰੇਮ ਕਰਕੇ ਗੁਰੂ ਜੀ ਨੂੰ ਗੋਦ ਵਿੱਚੋਂ ਇਵੇਂ ਛੱਡ ਦਿੱਤਾ ਹੈ। ਗੁਰੂ ਸਾਹਿਬ ਜੀ ਬੱਚਿਆਂ ਬਾਲਕਾਂ ਵਿੱਚ ਖੇਡਣ ਲੱਗ ਪਏ। ਸ਼ਾਮ ਪਈ, ਬਾਬਾ ਕਲਿਆਣ ਚੰਦ ਜੀ ਆ ਗਏ। ਆਪਣੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ, ਦਿਆਲੂ ਕਿਰਪਾਲੂ ਜੀ ਨੂੰ ਬੜੇ ਪ੍ਰੇਮ ਨਾਲ ਚੁੱਕ ਕਰਕੇ ਪਲੰਘ 'ਤੇ ਬੈਠੇ ਹੈ, ਗੋਦੀ ਵਿੱਚ ਬਿਠਾ ਲਿਆ। ਕਹਿਣ ਲੱਗੇ ਪੁੱਤਰ ਜੀ ਅੱਜ ਸੁਣਾਓ ਕੀ ਗੋਪਾਲ ਪਾਂਧੇ ਨੇ ਸੰਥਿਆ ਦਿੱਤੀ, ਕੀ ਪੜ੍ਹਾਇਆ ਹੈ ਤੁਹਾਨੂੰ, ਸਾਨੂੰ ਵੀ ਸੁਣਾਓ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸੁੰਦਰ ਮੁਖਾਰ ਬਿੰਦ ਤੋਂ ਬੜੀ ਛੇਤੀ ਉਹ ਪਹਾੜੇ ਸੁਣਾ ਦਿੱਤੇ ਹੈ। ਪਿਤਾ ਜੀ ਬੜੇ ਖੁਸ਼ ਹੋਏ। ਅਗਲਾ ਦਿਨ ਚੜ੍ਹਿਆ ਹੈ। ਗੁਰੂ ਸਾਹਿਬ ਜੀ ਨੇ ਸੁੰਦਰ ਵਸਤਰ ਪਹਿਨੇ ਹੈ। ਬਾਬਾ ਕਲਿਆਣ ਚੰਦ ਜੀ ਪੜ੍ਹਾਉਣ ਵਾਸਤੇ ਵੀ ਮੈਂ ਨਾਨਕ ਸੁਪੁੱਤਰ ਜੀ ਨੂੰ ਪਾਠਸ਼ਾਲਾ ਵਿੱਚ ਛੱਡ ਆਵਾਂ, ਇਵੇਂ ਆਪਣੀ ਉਂਗਲ ਪਕੜਾ ਕੇ ਲੈ ਗਏ ਹੈ। ਪਾਠਸ਼ਾਲਾ ਵਿੱਚ ਜਾ ਕੇ ਕਿਹਾ ਹੈ, ਬੜਾ ਪ੍ਰੇਮ ਧਾਰ ਕੇ ਵੀ ਗੋਪਾਲ ਪਾਂਧਾ ਜੀ ਸਾਡੇ ਸੁਪੁੱਤਰ ਨੂੰ ਪੜ੍ਹਾ ਦਿਓ। ਅੱਗੋਂ ਗੋਪਾਲ ਪਾਂਧੇ ਨੇ ਮਨ ਹੀ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕ ਲਿਆ ਹੈ ਤੇ ਫਿਰ ਕਿਹਾ ਕਿ ਕਲਿਆਣ ਚੰਦ ਜੀ ਇਹ ਜਿਹੜਾ ਤੁਹਾਡਾ ਸੁਪੁੱਤਰ ਹੈ, ਇਹ ਮੈਂ ਤੁਹਾਨੂੰ ਕਹਿੰਦਾ ਹਾਂ, ਪੁੱਤਰ ਨੂੰ ਪੁੱਤਰ ਨਾ ਸਮਝਦੇ ਰਹੋ, ਪੁੱਤਰ ਨਾ ਜਾਣੋ, ਇਹ ਤੇ ਕਿਸੇ ਦਾ ਅਵਤਾਰ ਹੈ। ਇਹਨਾਂ ਨੂੰ ਅਸੀਂ ਕੀ ਪੜ੍ਹਾਈਏ? ਪੜ੍ਹਾਇਆ ਤੇ ਉਸ ਨੂੰ ਜਾਂਦਾ ਹੈ ਜਿਹੜਾ ਪੜ੍ਹਨ ਵਾਲਾ ਹੋਵੇ। ਇਹ ਤੇ ਆਪ ਪੜ੍ਹਾਉਣ ਵਾਲੇ ਹੈ, ਪੜ੍ਹਾਉਣ ਵਾਲੇ ਹੈ, ਸਭ ਤਰ੍ਹਾਂ ਦੀ ਵਿੱਦਿਆ ਇਹ ਜਾਣਦੇ ਹੈ।
ਇਹ ਜਿੰਨੀਆਂ ਵਿਦਿਆ ਮੰਨੀਆਂ ਹੈ ਦੁਨੀਆ ਬ੍ਰਹਿਮੰਡ ਵਿੱਚ, ਉਹ ਤੇ ਇਹਨਾਂ ਵਿੱਚੋਂ ਹੀ ਆ ਪ੍ਰਗਟ ਹੋ ਕੇ ਪੈਦਾ ਹੋ ਰਹੀਆਂ, ਤੇ ਇਹਨਾਂ ਨੂੰ ਕਿਹੜਾ ਪੜ੍ਹਾਵੇ, ਇਹਨਾਂ ਕੋ ਤੇ ਅਸੀਂ ਆਪ ਪੜ੍ਹ ਰਹੇ ਹਾਂ। ਇਹ ਮਹਾਨ ਹੈ ਤੁਹਾਡੇ ਸੁਪੁੱਤਰ ਗੋਪਾਲ, ਇਹ ਕਲਿਆਣ ਚੰਦ ਜੀ, ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਤੁਸੀਂ ਨਾ ਪਾਓ। ਇਹ ਤੇ ਮਹਾਨ ਹੈ, ਸੁੱਖ ਦੇਣ ਆਏ ਹੈ ਸੰਸਾਰ ਦੇ ਵਿੱਚ ਜੀਵਾਂ ਨੂੰ। ਬਾਬਾ ਕਲਿਆਣ ਚੰਦ ਜੀ ਨੇ ਬਚਨ ਤੇ ਸੁਣ ਲਿਆ ਸਿਫਤ ਦੇ ਵਡਿਆਈ ਦੇ, ਪਰ ਹਿਰਦਾ ਜਿਹੜਾ ਸ਼ਰਧਾ ਤੋਂ ਖਾਲੀ ਹੈ, ਸਮਝ ਨਹੀਂ ਪਈ ਹੈ, ਉਂਝ ਖੁਸ਼ ਬੜੇ ਹੋਏ ਹੈ। ਇਵੇਂ ਕਿ ਸਾਡੇ ਪੁੱਤਰ ਨੂੰ ਗੋਪਾਲ ਪਾਂਦੇ ਜੀ ਨੇ ਇਵੇਂ ਕਹਿ ਦਿੱਤਾ ਹੈ, ਉਸਤਤੀ ਕਰ ਦਿੱਤੀ ਹੈ, ਉਹ ਹੱਥ ਫੜ ਕੇ ਲੈ ਕੇ ਤੇ ਘਰ ਵਾਪਸ ਆ ਗਏ ਹੈ। ਆਪਣੇ ਕੰਮਾਂ ਕਾਰਾਂ ਵਿੱਚ ਜਿਹੜੇ ਹੈ ਰੁੱਝ ਗਏ ਹੈ। ਗੁਰੂ ਨਾਨਕ ਸਾਹਿਬ ਜੀ ਸ਼ਾਮ ਵੇਲੇ ਬੱਚਿਆਂ ਨਾਲ ਖੇਲ ਮੱਲ ਰਹੇ ਹੈ। ਇਹ ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਨੂੰ ਪਵਿੱਤਰ ਕਰ ਰਹੇ ਹਨ। ਬਾਲਕ ਬੜੇ ਪ੍ਰੇਮ ਕਰਦੇ ਹੈ, ਕੋਈ ਵੀ ਗੁਰੂ ਜੀ ਦਾ ਸਾਥ ਨਹੀਂ ਛੱਡਣਾ ਚਾਹੁੰਦਾ। ਮਾਂ ਪਿਓ ਜਿਹੜੇ ਹੈ ਬੱਚਿਆਂ ਨੂੰ ਲੈਣ ਆਉਂਦੇ ਹੈ, ਬੱਚੇ ਵਿਰਾਗ ਕਰਦੇ ਹੈ, ਮਾਂ ਹੀ ਨਹੀਂ ਜਾਣਾ ਘਰ, ਅਸੀਂ ਗੁਰੂ ਨਾਨਕ ਸਾਹਿਬ ਜੀ ਨੇ ਰਹਿਣਾ ਹੈ। ਇਵੇਂ ਬੜਾ ਪ੍ਰੇਮ ਕਰ ਰਹੇ ਹੈ। ਗੁਰੂ ਜੀ ਵੀ ਪੰਡਤਾਂ ਵਾਂਗ ਕਥਾ ਸੁਣਾ ਰਹੇ ਹੈ, ਬਾਣੀ ਸੁਣਾ ਰਹੇ ਹੈ, ਬੜਾ ਪ੍ਰੇਮ ਹੈ। ਰਾਏ ਭੋਏ ਦੀ ਤਲਵੰਡੀ ਵਿੱਚ ਰੰਗ ਚੜਿਆ ਪਿਆ ਹੈ। ਸਾਰੀ ਪੂਰੀ ਜਿਹੜੀ ਹੈ ਖੁਸ਼ ਪ੍ਰਸੰਨ ਰਹਿ ਰਹੀ ਹੈ, ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਵੀ ਇਹਦਾ ਕਾਰਨ ਕੀ ਹੈ। ਪਰ ਉੱਥੇ ਤੇ ਪਰਮਾਤਮਾ ਆਪ ਆਨੰਦ ਸਰੂਪ ਵਰਤ ਰਿਹਾ ਹੈ, ਫਿਰ ਉੱਥੇ ਖੁਸ਼ੀ ਕਿਉਂ ਨਾ ਹੋਵੇ। ਇਵੇਂ ਆਪ ਜੀ ਨੇ ਉਹ ਪ੍ਰਸੰਗ ਸਰਵਣ ਕੀਤਾ, ਜਿਵੇਂ ਗੋਪਾਲ ਪਾਂਦੇ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਇਹ ਤੇ ਸਭ ਨੂੰ ਪੜ੍ਹਾਉਣ ਵਾਲੇ ਆ, ਤੁਸੀਂ ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਾਓ। ਗੁਰੂ ਨਾਨਕ ਸਾਹਿਬ ਜੀ ਜਿਵੇਂ ਘਰ ਵਿੱਚ ਆ ਕੇ ਇਵੇਂ ਉਹ ਬਾਲ ਲੀਲਾ ਕਰਦੇ ਖੇਡਦੇ ਮੱਲਦੇ ਆ, ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦਸਨ ਦਮਕ ਅਦਰਨ ਮਦ ਆਸੇ। ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੁੰਦਰ ਸਰੂਪ ਦਾ ਵਰਣਨ ਕਰ ਰਹੇ ਹੈ। ਗੁਰੂ ਜੀ ਦੇ ਸਰੂਪ ਦੀ ਮਹਿਮਾ ਵਡਿਆਈ ਕਰ ਰਹੇ ਹਨ ਤੇ ਕਹਿ ਰਹੇ ਹੈ ਕਿ ਗੁਰੂ ਜੀ ਦਾ ਜਿਹੜਾ ਸਰੂਪ ਬੜਾ ਸੁੰਦਰ ਹੈ, ਨੇਤਰ ਬੜੇ ਚੌੜੇ ਹੈ, ਮਸਤਕ ਮੱਥਾ ਬੜਾ ਚੌੜਾ ਹੈ, ਬੜਾ ਪ੍ਰਕਾਸ਼ ਰਿਹਾ ਹੈ ਜਿਵੇਂ ਸੂਰਜ ਚਮਕਦਾ ਹੋਵੇ, ਤੇ ਜਿਹੜਾ ਮੁੱਖ ਹੈ ਲਾਲੋ ਲਾਲ ਰਹਿੰਦਾ ਹਰ ਵਕਤ। ਜਿਹੜੇ ਗੁਰੂ ਜੀ ਦੇ ਦੰਦ ਹੈ, ਉਹ ਦੰਦ ਆ ਹੋਠਾਂ ਬੁੱਲਾਂ ਦੇ ਵਿੱਚ ਇਸ ਤਰ੍ਹਾਂ ਆ ਚਮਕ ਦਮਕ ਰਹੇ ਹਨ। ਗਿਰਾ ਸਦਨ ਹੀਰਾ ਵਲ ਜਾਸੇ। ਜਿਸ ਤਰ੍ਹਾਂ ਆ ਬਾਣੀ ਦਾ ਜਿਹੜਾ ਸਾਰਦਾ ਸਰਸਵਤੀ ਦਾ ਘਰ ਹੀਰਿਆਂ ਦੀ ਪੰਕਤੀਆਂ ਲੜੀਆਂ ਨਾਲ ਜੜਿਆ ਹੋਵੇ। ਜਿਹੜੀ ਸਰਸਵਤੀ ਹੈ ਉਹਦਾ ਘਰ ਲਾਲ ਮੰਨਿਆ ਗਿਆ ਹੈ, ਲਾਲ ਘਰ ਹੈ ਤੇ ਉਹਦੇ ਵਿੱਚ ਹੀਰੇ ਜਿਹੜੇ ਚਿੱਟੇ ਚਿੱਟੇ ਚਮਕਦੇ ਆ, ਪੰਕਤੀਆਂ ਜੜੀਆਂ ਹੋਈਆਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਹੋਂਠ ਹੈ, ਬੁੱਲ ਜਿਹਨੂੰ ਆਪਾਂ ਕਹਿੰਦੇ ਆ, ਉਹ ਹੋਂਠ ਲਾਲ ਲਾਲ ਹੈ। ਉਹ ਸਰਸਵਤੀ ਦੇ ਘਰ ਵਾਂਗ ਜਿਹੜੇ ਸੁੰਦਰ ਦੰਦ ਹੈ, ਜਿਹੜੇ ਅੰਦਰ ਚਮਕ ਰਹੇ ਹੋਠਾਂ ਦੇ ਵਿੱਚ, ਲਾਲ ਸੁਰਖ ਹੋਠਾਂ ਵਿੱਚ, ਉਹ ਮਾਨੋ ਕਿ ਹੀਰਿਆਂ ਦੀਆਂ ਪੰਕਤੀਆਂ, ਹੀਰਿਆਂ ਦੀਆਂ ਲੜੀਆਂ ਜੜੀਆਂ ਹੋਈਆਂ ਹਨ। ਕੁਝ ਸੁੰਦਰ ਕਰ ਸਜਤ ਕਿਉਰਾ। ਕੁਝ ਸੁੰਦਰ ਕਰ ਸਜਤ ਕਿਉਰਾ। ਸਜਤ ਪਾਠ ਹੈ, ਸਜਤ ਨਹੀਂ ਹੈ। ਵੀ ਸੱਜਣ ਦਾ ਇੱਥੇ ਅਰਥ ਹੈ ਸੱਜ ਰਹੇ ਹੈ। ਗੁਰੂ ਜੀ ਦੇ ਜਿਹੜੇ ਬਾਹਾਂ ਹੈ ਉਹ ਬੜੀਆਂ ਸੁੰਦਰ ਹੈ, ਤੇ ਉਹ ਬਹੁਟੇ, ਇਹ ਰਾਜਸੀ ਪਹਿਰਾਵਾ ਹੁੰਦਾ ਹੈ। ਆ ਬਹੁਟੇ ਮੋਢਿਆਂ ਦੇ ਪਾਉਣ ਵਾਲੇ ਹੁੰਦੇ ਹੈ।
ਉਹ ਮੋਢੇ ਬੜੇ ਸੱਜ ਰਹੇ, ਮੋਢਿਆਂ ਦੇ ਉੱਪਰ ਬਹੁਤੇ ਬੜੇ ਸੱਜ ਰਹੇ ਹਨ। ਕਲ ਕੁੰਡਲ ਸ਼੍ਰੋਨਨ ਸ਼ਬਰੂਰਾ, ਜਿਹੜੇ ਸੁੰਦਰ ਆ ਕੰਨਾਂ ਦੇ ਵਿੱਚ ਸੁੰਦਰ ਕੁੰਡਲ ਪਾਏ ਹੋਏ ਹੈ, ਉਹਨਾਂ ਦੀ ਛਵੀ ਬੜੀ ਸੁੰਦਰ ਹੈ। ਆ ਗੱਲਾਂ ਦੇ ਉੱਪਰ ਉਹ ਛਾਇਆ ਜੀ ਪਰਛਾਵਾਂ ਜਿਹਾ ਕਰਦੇ ਆ, ਬੜੇ ਚਮਕਦੇ ਉਹ ਸੋਨੇ ਦੇ ਹੀਰਿਆਂ ਦੇ। ਜੇ ਰਹਿ ਕਰਨਾ ਕੀ ਕੋਰਾ, ਗੁਰੂ ਨਾਨਕ ਸਾਹਿਬ ਜੀ ਆ ਜਿਸ ਦੇ ਆ ਕਿਰਪਾ ਦੀ ਕਟਾਖ ਨਾਲ, ਕਟਾਖ ਕੀ ਹੁੰਦਾ ਵੇ, ਤਿਰਛੀ ਜੀ ਨਿਗਾਹ ਨਾਲ ਐ ਥੋੜਾ ਮਾਤਰ ਜੇ ਵੇਖਣਾ। ਗੁਰੂ ਨਾਨਕ ਸਾਹਿਬ ਜੀ ਜਿਹਦੇ ਵਾਲਾ ਕਟਾਖ ਜੇ ਨਾਲ ਕਿਰਪਾ ਭਰੀ ਕਟਾਖ ਨਜ਼ਰ ਨਾਲ ਦੇਖਦੇ ਤੱਕਦੇ ਐ। ਤਾਂ ਹੈ ਪਵੋਦਿਤ ਤੇ ਦੇ ਧੋਰਾ, ਉਸ ਨੂੰ ਆ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਆਸਰਾ ਬਖਸ਼ ਦਿੰਦੇ ਐ। ਇੱਕ ਬਾਸਰ ਕਾਗਦ ਕੁਸ਼ਲੀ ਨੇ, ਇੱਕ ਦਿਨ ਦੀ ਭਾਈ ਬਾਲਾ ਜੀ ਕਹਿ ਰਹੇ ਐ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ, ਸੰਗਤ ਜੀ ਸੁਣੋ, ਇੱਕ ਦਿਨ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਆ ਕੁਝ ਕੁ ਜਿਹੜੇ ਕਾਗਜ਼ ਲੈ ਕੇ ਲਗ ਪੋਥੀ ਸੀ ਕਰਹਿ ਅਸੀਂ ਨੇ, ਆ ਛੋਟੀ ਜੀ ਪੋਥੀ ਇਹ ਖਾਲੀ ਜੇ ਕਾਗਜ਼ ਫੜੇ ਹੋਏ ਆ ਤੇ ਉਹਨਾਂ ਕਾਗਜ਼ਾਂ ਦੀ ਛੋਟੀ ਜੀ ਪੋਥੀ ਆ ਤਿਆਰ ਕਰਨ ਲੱਗ ਪਏ। ਜਿਹੇ ਕੁਲ ਉਪਜਹਿ ਜੋ ਸੋ ਜੋ, ਭਾਈ ਸਾਹਿਬ ਜੀ ਕਹਿੰਦੇ ਆ, ਭਾਈ ਸੰਤੋਖ ਸਿੰਘ ਜੀ, ਕਿ ਵੇਖੋ ਜਿਸ ਤਰ੍ਹਾਂ ਜਿਸ ਕੁੱਲ ਵਿੱਚ ਆ ਕੋਈ ਬੱਚਾ ਆ ਔਲਾਦ ਪੈਦਾ ਹੁੰਦੀ, ਜਿਹੜੀ ਕੁੱਲ ਵਿੱਚ ਦੇਖ ਵੱਡਣਾ ਸਿਸ ਖੇਲਹਿ ਸੋ, ਉਹ ਬੱਚੇ ਆਪਣੇ ਵੱਡਿਆਂ ਨੂੰ ਵੇਖ ਕੇ ਖੇਡਾਂ ਵੀ ਉਹੋ ਜਿਹੀਆਂ ਖੇਡਦੇ ਐ। ਜ਼ਿਮੀਂਦਾਰਾਂ ਦੇ ਪੁੱਤ ਜਿਹੜੇ ਹੁੰਦੇ ਐ, ਉਹ ਤੁਸੀਂ ਵੇਖਿਆ ਹੋਣਾ, ਨਿੱਕੇ ਨਿੱਕੇ ਬੱਚੇ ਉਹ ਮੇਲਿਆਂ ਆਦਿਕਾਂ ਵਿੱਚੋਂ ਟਰੈਕਟਰ ਜੇ ਲਿਆ ਕੇ ਤੇ ਉਹ ਕਿਵੇਂ ਮਿੱਟੀ ਘੱਟੇ ਵਿੱਚ ਖੇਡਦੇ ਰਹਿੰਦੇ ਐ, ਰੀਸਾਂ ਕਰਦੇ ਆ ਵੱਡਿਆਂ ਦੀਆਂ ਕਿ ਜਿਵੇਂ ਸਾਡੇ ਪਿਤਾ ਟਰੈਕਟਰ ਜ਼ਮੀਨ ਵਿੱਚ ਵਾਹੁੰਦੇ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜੀ ਕੁੱਲ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ, ਉਹ ਆਪਣੇ ਵੱਡਿਆਂ ਨੂੰ ਵੇਖ ਕੇ ਉਹੋ ਜਿਹੀ ਖੇਡ ਖੇਡਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਪਟਵਾਰੀ ਹੈ, ਤੇ ਉਹ ਕਾਗਜ਼ ਲਿਖੇ ਜੋਖੇ ਦੇ ਵਹੀਆਂ ਫੋਲਦੇ ਰਹਿੰਦੇ ਹੈ। ਗੁਰੂ ਨਾਨਕ ਸਾਹਿਬ ਜੀ ਦੇਖਦੇ ਰਹਿੰਦੇ ਹੈ। ਇਵੇਂ ਪਿਤਾ ਵੱਲ ਦੇ ਕੇ ਉਸੇ ਤਰ੍ਹਾਂ ਦੀ ਲੀਲਾ ਜੀ ਕਰ ਰਹੇ ਹੈ। ਹੱਥਾਂ ਵਿੱਚ ਕਾਗਜ਼ ਲਏ ਹੋਏ ਹੈ। ਕਰ ਮਹਿ ਗਹੇ ਕਰਹਿ ਤਿਉ ਲੀਲਾ, ਹੱਥਾਂ ਵਿੱਚ ਉਹ ਕਾਗਜ਼ਾਂ ਦੀ ਪੋਥੀ ਜੀ ਬਣਾ ਕੇ ਛੋਟੀ ਜੀ ਫੜੀ ਹੋਈ ਹੈ ਤੇ ਲੀਲਾ ਜੀ ਕਰਦੇ ਹੈ। ਐਵੇਂ ਫਰੋਲੀ ਜਾ ਜਾਂਦੇ ਹਨ। ਪਤਿਤ ਉਦਾਹਰਨ ਬਿਰਦ ਗਹੀਲਾ, ਪਤਿਤ ਉਦਾਹਰਨ ਬਿਰਦ ਗਹੀਲਾ, ਜਿਸ ਗੁਰੂ ਨਾਨਕ ਸਾਹਿਬ ਜੀ ਦਾ ਆ ਪਾਪੀਆਂ ਨੂੰ ਉਧਾਰ ਕਰਨ ਦਾ ਬਿਰਦ ਤੇ ਵੱਡਾ ਹੀ ਹੈ। ਜਿਸ ਗੁਰੂ ਜੀ ਨੇ ਪਾਪੀਆਂ ਨੂੰ ਤਾਰਨ ਵਾਸਤੇ ਆ ਬਿਰਦ ਗ੍ਰਹਿਣ ਕੀਤਾ ਹੋਇਆ ਹੈ ਕਿ ਆ ਕਿੱਡਾ ਵੀ ਕੋਈ ਪਾਪੀ ਹੋਵੇ, ਜੇ ਸ਼ਰਨ ਆ ਗਿਆ ਤਾਂ ਉਹਨੂੰ ਤਾਰ ਹੀ ਦੇਣਾ ਹੈ। ਇਹ ਤੇ ਗੁਰੂ ਸਾਹਿਬ ਜੀ ਨੇ ਪ੍ਰਾਣੀ ਕੀਤਾ ਹੋਇਆ ਜੁਗਾਂ ਜੁਗਾਂ ਤੋਂ ਹੀ। ਐਸੇ ਗੁਰੂ ਜਿਹੜੇ ਪਾਪੀਆਂ ਨੂੰ ਤਾਰਨ ਵਾਸਤੇ, ਜਿਨ੍ਹਾਂ ਨੇ ਆ ਮਹਾਨ ਹੀ ਪ੍ਰਣ ਗਹੀਲਾ ਕਹੀਏ ਗ੍ਰਹਿਣ ਕੀਤਾ ਹੈ। ਦੋਹਰਾ ਕਾਲੂ ਚੱਲ ਤਿਸ ਕਾਲ ਮਹਿ, ਇੰਨੇ ਨੂੰ ਬਾਬਾ ਕਲਿਆਣ ਚੰਦ ਜੀ ਆ ਚੱਲਦੇ ਚਲਾਉਂਦੇ ਆ ਉਹ ਸਮੇਂ ਆਏ ਲਾਲ ਕਲ ਦੇਖ, ਆਏ ਆ ਚਲਦੇ ਚਲਦੇ ਤੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਸੁੰਦਰ ਸਰੂਪ ਵਾਲਿਆਂ ਨੂੰ ਦੇਖ ਕੇ ਬੋਲਿਓ ਬੋਲ ਵਿਸਾਲ ਕੇ, ਜਿਵੇਂ ਆਪਾਂ ਬੱਚਿਆਂ ਨੂੰ ਕਹਿੰਦੇ ਕਿਸੇ ਵੇਲੇ ਹੱਸ ਕੇ, ਪੁੱਤਰ ਆ ਕੀ ਕਰਦਾ ਹੈ, ਐਵੇਂ ਬਿਲਾਸ ਜੇ ਦੇ ਬਚਨ ਆ ਹੱਸ ਕੇ ਜਾਂ ਮੁਸਕਰਾ ਕੇ ਬੋਲੇ ਐ। ਪ੍ਰੇਮ ਧਰੇ ਜਿਉ ਵੇਖ, ਐਵੇਂ ਪ੍ਰੇਮ ਨਾਲ ਬੋਲੇ ਐ ਬਾਬਾ ਕਲਿਆਣ ਚੰਦ ਜੀ। ਮਾਨੋ ਕਹਿੰਦੇ ਜਿਵੇਂ ਪ੍ਰੇਮ ਜਿਹੜਾ ਹੈ ਉਹਨੇ ਹੀ ਇਹ ਕਲਿਆਣ ਚੰਦ ਜੀ ਦਾ ਭੇਖ ਧਾਰਨ ਕਰ ਲਿਆ ਹੋਵੇ, ਜਿਹਨੂੰ ਪ੍ਰੇਮ ਕਹੀਦਾ। ਮਾਨੋ ਕਿ ਕਲਿਆਣ ਚੰਦ ਬਾਬਾ ਜੀ ਦਾ ਜਿਹੜਾ ਸਰੀਰ ਹੈ
ਮਾਨੋ ਉਹ ਪ੍ਰੇਮ ਨੇ ਆ ਭੇਖ ਧਾਰ ਕੇ ਉਹ ਪ੍ਰੇਮ ਹੀ ਆ ਗਿਆ ਹੋਵੇ। ਚੌਪਈ ਕਹੋ ਤਾਤ ਕਾਗਦ ਕਰ ਲੀਨੇ। ਹੇ ਪੁੱਤਰ ਗੁਰੂ ਨਾਨਕ ਸਾਹਿਬ ਤੁਸੀਂ ਕਹੋ ਹੱਥਾਂ ਵਿੱਚ ਆ ਕਿਵੇਂ ਆ ਕਾਗਜ਼ ਜੇ ਲਏ ਹੋਏ ਐ। ਕਿਆ ਤੁਮ ਪੜ੍ਹੋ ਸਿਸਨ ਮਹਿ ਭੀਨੇ। ਆ ਬੱਚਿਆਂ ਦੇ ਵਿੱਚ ਬੜਾ ਤੁਸੀਂ ਭਿੱਜ ਕੇ ਕੀ ਤੁਸੀਂ ਪੜ ਰਹੇ ਹੋ, ਆ ਕੀ ਕਾਗਜ਼ ਜੇ ਫੋਲੀ ਜਾ ਰਹੇ ਹੋ। ਨਾਕ ਨਾ ਇਤ ਉਤ ਹੇਰਤ ਕਾਹੂ। ਆ ਕਿਤੇ ਥੋੜਾ ਮਾਤਰ ਵੀ ਇੱਧਰ ਉੱਧਰ ਨਹੀਂ ਵੇਖਦੇ। ਹਿਰਦਾ ਲਗਾਇਓ ਕਾਗਦ ਮਾਹੂ। ਤੁਸਾਂ ਨੇ ਆਪਣਾ ਹਿਰਦਾ ਕਾਗਜ਼ਾਂ ਵਿੱਚ ਹੀ ਲਾਇਆ ਹੋਇਆ, ਬੜੇ ਪ੍ਰੇਮ ਨਾਲ ਆ ਕਾਗਜ਼ ਵੇਖੀ ਜਾਂਦੇ ਹੋ। ਕੀ ਪੁੱਤਰ ਜੀ ਪੜ੍ਹਦੇ ਹੋ ਤੁਸੀਂ। ਜਿਉ ਪੰਡਿਤ ਬੇਦਾਂਤ ਵਿਚਾਰਤ। ਆ ਜਿਸ ਤਰ੍ਹਾਂ ਕੋਈ ਪੰਡਿਤ ਆ ਵੇਦਾਂ ਦਾ ਅੰਤ ਜਿਹੜਾ ਵੈਦਾਂਤ ਹੈ, ਗਿਆਨ ਕਾਂਡ, ਉਹਦੀ ਵਿਚਾਰ ਕਰਦਾ ਹੋਵੇ, ਵੇਦਾਂਤ ਦਾ ਗ੍ਰੰਥ ਪੜ੍ਹਦਾ ਹੋਵੇ। ਨਾਕ ਨਾ ਮਨ ਕੋ ਕਿਤਹੁ ਟਾਰਤ। ਜਿਸ ਤਰ੍ਹਾਂ ਉਹ ਆ ਮਨ ਨੂੰ ਥੋੜਾ ਮਾਤਰ ਵੀ ਇੱਧਰ ਉੱਧਰ ਨਹੀਂ ਟਾਲਦਾ ਹੈ। ਵੇਦਾਂਤ ਦੀ ਪੜ੍ਹਾਈ ਬੜੀ ਕਠਿਨ ਹੈ, ਮਨ ਨੂੰ ਐ ਸਥਿਰ ਕਰਕੇ ਪੜ੍ਹਨੀ ਪੈਂਦੀ ਹੈ। ਪੁੱਤਰ ਜੀ ਅੱਜ ਜਿਸ ਤਰ੍ਹਾਂ ਕੋਈ ਪੰਡਿਤ ਵੇਦਾਂਤ ਵਿਚਾਰਦਾ ਹੋਵੇ, ਕਿਤੇ ਮਨ ਨੂੰ ਇੱਧਰ ਥੋੜਾ ਮਾਤਰ ਵੀ ਨਹੀਂ ਆ ਟਾਲਦਾ, ਇੱਧਰ ਉੱਧਰ ਨਹੀਂ ਝਾਕਦਾ। ਸੁਣ ਕਰ ਪਿਤਾ ਬਚਨ ਕੋ ਬੋਲੇ। ਸੁਣ ਕੇ ਪਿਤਾ ਜੀ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਬੋਲੇ ਐ। ਸੰਪਟ ਬ੍ਰਿਦਮ ਅੰਮ੍ਰਿਤ ਖੋਲੇ। ਅੱਜ ਜਿਵੇਂ ਮੂੰਗਿਆਂ ਦਾ ਡੱਬਾ ਹੋਵੇ ਤੇ ਉਹਦੇ ਵਿੱਚੋਂ ਅੰਮ੍ਰਿਤ ਖੁੱਲੇ, ਅੰਮ੍ਰਿਤ ਵਿੱਚੋਂ ਨਿਕਲੇ, ਐਵੇਂ ਆਪਣੇ ਲਾਲ ਜਿਹੜੇ ਹੋਂਠ ਹੈ ਸਤਿਗੁਰ ਜੀ ਦੇ, ਉਹ ਮੂੰਗੇ ਜਿਹੜੇ ਲਾਲ ਹੁੰਦੇ ਆ, ਇਹ ਲਾਲ ਹੋਠਾਂ ਦੇ ਵਿੱਚੋਂ ਮਾਨੋ ਇਹ ਤੇ ਮੂੰਗਿਆਂ ਦਾ ਡੱਬਾ ਹੈ, ਮੁੱਖ ਉਹਦੇ ਵਿੱਚੋਂ ਅੰਮ੍ਰਿਤ ਵਰਗੇ ਬਚਨ ਆ ਖੋਲੇ ਐ। ਸਪਤ ਸ਼ਲੋਕੀ ਪੜ੍ਹੋ ਗੀਤਾ। ਪਿਤਾ ਜੀ ਮੈਂ ਜਿਹੜੀ ਆ ਸਪਤ ਸ਼ਲੋਕੀ ਗੀਤਾ ਹੈ ਉਹ ਪੜ੍ਹਦਾ ਹਾਂ। ਇੱਥੇ ਕਈ ਵਿਦਵਾਨ ਸ਼ਬਦ ਦਾ ਅਰਥ, ਕਿਉਂਕਿ ਸਤ ਵੀ ਹੁੰਦਾ ਤੇ ਸ਼ਬਦ ਦਾ ਅਰਥ 100 ਵੀ ਹੁੰਦਾ ਹੈ, ਤੇ ਉਹ ਇੱਥੇ 100 ਅਰਥ ਕਰ ਦਿੰਦੇ ਆ ਵੀ 100 ਸ਼ਲੋਕੀ ਗੀਤਾ। ਉਂਝ 100 ਸ਼ਲੋਕੀ ਗੀਤਾ ਕੋਈ ਨਹੀਂ ਹੈ। ਇਹ ਤੇ ਜਿਵੇਂ ਆਪਾਂ ਸੰਸਕ੍ਰਿਤ ਪੜ੍ਹਾਂਗੇ ਤੇ ਉੱਥੇ ਸਾਨੂੰ ਮਿਲ ਜਾਵੇਗਾ ਕਿ 7 ਸ਼ਲੋਕੀ ਗੀਤਾ, 7 ਸ਼ਲੋਕ ਹੈ ਜਿਹਦੇ ਵਿੱਚ ਸ਼੍ਰੀਮਦ ਭਾਗਵਤ ਗੀਤਾ ਜਿਹੜੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਉਚਾਰਨ ਕੀਤੀ ਹੈ ਤੇ ਅਰਜਨ ਦੇ ਪਰਥਾਏ ਗਿਆਨ ਦਿੱਤਾ ਹੈ। ਉਸ ਗੀਤਾ ਦੇ ਵਿੱਚ 700 ਸ਼ਲੋਕ ਹੈ ਸਾਰਾ। 700 ਸ਼ਲੋਕਾਂ ਵਿੱਚੋਂ 7 ਸ਼ਲੋਕ ਜਿਹੜੇ ਸਾਰ ਰੂਪ ਸਾਰੇ ਗੀਤਾ ਦਾ ਹੀ ਹੈ। ਉਹ 7 ਸ਼ਲੋਕਾਂ ਦਾ ਜਿਹੜਾ ਹੈ ਸਾਰ, ਜਿਹਦੇ ਵਿੱਚ ਸਾਰਾ ਸਿਧਾਂਤ ਤਾਤ ਪਰਜ ਤੱਤ ਕੱਢਿਆ ਹੈ, 7 ਸ਼ਲੋਕਾਂ ਦਾ ਪਾਠ, ਉਹਨੂੰ ਸਪਤ ਸ਼ਲੋਕੀ ਗੀਤਾ ਕਿਹਾ ਜਾਂਦਾ ਹੈ। ਤੇ ਬਹੁਤ ਇਹਦਾ ਅਰਥ 100 ਸ਼ਲੋਕੀ ਗੀਤਾ ਕਰਦੇ ਹੈ। ਅਸਲ ਵਿੱਚ ਜਿਨ੍ਹਾਂ ਨੇ ਆ ਸੰਸਕ੍ਰਿਤ ਪੜ੍ਹੀ ਹੋਈ ਹੈ ਉਹਨਾਂ ਨੂੰ ਪਤਾ ਹੈ ਕਿ 7 ਸ਼ਲੋਕੀ ਗੀਤਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਪਿਤਾ ਜੀ ਮੈਂ ਸਪਤ ਸ਼ਲੋਕੀ ਆ 7 ਸ਼ਲੋਕਾਂ ਵਾਲੀ ਗੀਤਾ ਦਾ ਪਾਠ ਪੜ੍ਹਦਾ ਹਾਂ। ਅਰਥ ਵਿਚਾਰੋ ਤਿਹ ਕਰ ਪ੍ਰੀਤਾ। ਉਸ ਦੇ ਮੈਂ ਆ ਬੜੀ ਪ੍ਰੇਮ ਕਰਕੇ ਅਰਥ ਵਿਚਾਰ ਰਿਹਾ ਤੇ ਬੱਚਿਆਂ ਨੂੰ ਸੁਣਾ ਰਿਹਾ ਹਾਂ। ਜਿਸ ਕੇ ਪੜਨਾ ਵਿਚਾਰਨ ਕਰਕੇ। ਇਹ ਪਿਤਾ ਜੀ ਜਿਸ ਦੇ ਪੜਨ ਵਿਚਾਰਨ ਕਰਕੇ ਸ਼ੁਭ ਮਾਰਗ ਪਰ ਹੈ ਹਿਤ ਧਰ ਕੇ। ਇਹ ਜਿਹੜਾ ਮਨੁੱਖ ਹੈ ਚੰਗੇ ਮਾਰਗ ਤੇ ਪੈ ਜਾਂਦਾ ਬੜਾ ਪ੍ਰੇਮ ਧਾਰ ਕੇ। ਦੋਹਰਾ ਕਾਲੂ ਉਰ ਅਚਰਜ ਕਰਤ। ਬਾਬਾ ਕਾਲੂ ਜੀ ਹਿਰਦੇ ਵਿੱਚ ਬੜੀ ਹੈਰਾਨੀ ਕਰਦਾ ਹੈ। ਅਚਰਜ ਬਚਨ ਸੁਨੇ ਜੋ। ਕਿਉਂਕਿ ਸਪੁੱਤਰ ਨਾਨਕ ਜੀ ਦੇ ਆ ਜਿਹੜੇ ਬਚਨ ਹੈ ਉਹ ਵੀ ਅਚਰਜ ਹੀ ਸੁਣੇ ਹੈ ਕਿ ਪਿਤਾ ਜੀ ਮੈਂ ਤੇ ਸਬਦ ਸ਼ਲੋਕੀ ਗੀਤਾ ਪੜ੍ਹਦਾ ਹਾਂ ਤੇ ਸਬਦ ਸ਼ਲੋਕੀ ਗੀਤਾ ਪੜ੍ਹਨੀ ਸੌਖੀ ਨਹੀਂ ਪਈ ਹੈ। ਕੋਈ ਸੰਸਕ੍ਰਿਤ ਪੜ੍ਹੂਗਾ ਤੇ ਉਹੀ ਸੁਣਾਊਗਾ। ਤੇ ਬਾਬਾ ਕਲਿਆਣ ਚੰਦ ਜੀ ਹੈਰਾਨ ਹੋ ਗਏ ਹੈ, ਇਹਨਾਂ ਨੇ ਸਬਦ ਸ਼ਲੋਕੀ ਗੀਤਾ ਦਾ ਨਾਮ ਪਹਿਲੀ ਗੱਲ ਕਿੱਥੋਂ ਲੈ ਦਿੱਤਾ ਹੈ।
ਫਿਰ ਇਹ ਪੜ੍ਹੇ ਕਿੱਥੋਂ ਹੈ? ਤੇ ਇਹ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਦਿੱਤੇ ਵੀ ਅਸੀਂ ਪਿਤਾ ਜੀ ਸ਼ਬਦ ਸ਼ਲੋਕੀ ਗੀਤਾ ਪੜ੍ਹਦੇ ਤੇ ਅਰਥ ਵਿਚਾਰ ਰਹੇ ਹਾਂ, ਤੇ ਬਾਬਾ ਕਲਿਆਣ ਚੰਦ ਜੀ ਤੇ ਹੈਰਾਨ ਹੀ ਹੋ ਗਏ, ਕਿਉਂਕਿ ਬਚਨ ਜੋ ਇਹੋ ਜਿਹੇ ਸੁਣੇ ਐ। ਲਖਨੇ ਕੀ ਲਾਲਸ ਲੱਗੀ, ਆ ਜਾਣਨ ਦੀ ਚਾਹਨਾ ਲੱਗੀ ਹੈ ਵੀ ਇਹ ਕੀ ਕਹਿ ਦਿੱਤਾ ਹੈ ਸਾਡੇ ਪੁੱਤਰ ਨੇ। ਕੋਰ ਕੇ ਸਾਚ ਪਨੇ ਜੋ, ਇਹ ਸਾਡੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਇਹ ਝੂਠ ਕਹਿੰਦੇ ਕਿ ਸੱਚ ਕਹਿੰਦੇ ਐ ਵੀ ਅਸੀਂ ਸ਼ਬਦ ਸ਼ਲੋਕੀ ਗੀਤਾ ਪੜ੍ਹ ਰਹੇ ਹਾਂ, ਉਹ ਤੇ ਪੜ੍ਹਾਈ ਬੜੀ ਔਖੀ ਹੈ। ਇਹਨਾਂ ਸੱਚ ਕਿਹਾ ਕਿ ਝੂਠ ਕਹਿ ਰਹੇ ਐ। ਜੋ ਪਈ ਮੁਝ ਕੋ ਪੜ ਕਰ ਦੇਹੋ ਸੁਨਾਈ। ਪੁੱਤਰ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਿ ਅਸੀਂ ਸ਼ਬਦ ਸ਼ਲੋਕੀ 7 ਸ਼ਲੋਕਾਂ ਵਾਲੀ ਗੀਤਾ ਦਾ ਪਾਠ ਤੇ ਅਰਥ ਕਰ ਰਹੇ ਹਾਂ, ਉਹ ਸਾਨੂੰ ਵੀ ਪੜ੍ਹ ਕੇ ਸੁਣਾ ਦਿਓ। ਅਰਥ ਪਨਹਾ ਜਿਉ ਪਰਹਿ ਲਖਾਈ, ਫਿਰ ਅਰਥ ਵੀ ਉਹਨਾਂ ਦੇ ਕਹੋ, ਅਰਥ ਵੀ ਦੱਸੋ। ਆ ਜਿਹੜੇ ਜਾਣੇ ਜਾਣ, ਜਾਣਿਆ ਸਮਝ ਵਿੱਚ ਪੈ ਜਾਣ। ਸੋਨ ਪਿਤ ਕੀ ਬਾਣੀ ਸੁਖ ਖਾਨੀ, ਸੁੱਖਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਦੀ ਬਾਣੀ ਬਚਨ ਸੁਣੇ ਆ ਜਦੋਂ। ਅਰਥ ਕਹਿਤ ਪੇ ਜਿਹ ਦੁਖ ਹਾਨੀ, ਜੋ ਦੁੱਖਾਂ ਨੂੰ ਨਾਸ ਕਰਨ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ ਸ਼ਬਦ ਸ਼ਲੋਕੀ ਗੀਤਾ ਦਾ ਪਾਠ ਤੇ ਅਰਥ ਕਹਿਣ ਲੱਗੇ ਐ। ਅਰਥ ਬਖਾਨਿਓ ਸਤਿਗੁਰ ਪੂਰੇ, ਸਤਿਗੁਰੂ ਪੂਰੇ ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ ਗੁਰ ਪੂਰਾ ਮੇਰਾ ਗੁਰ ਪੂਰਾ। ਐਸੇ ਸਤਿਗੁਰੂ ਨਾਨਕ ਸਾਹਿਬ ਜੀ ਉਹ ਅਰਥ ਕਹਿਣ ਲੱਗੇ ਆ ਸ਼ਲੋਕਾਂ ਦੇ। ਭਵ ਤਾਰਨ ਕੋ ਜਿਹੇ ਪਦ ਰੂਰੇ, ਭਾਈ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਬੜੇ ਸੁੰਦਰ ਹੈ ਸੰਸਾਰ ਤੋਂ ਤਾਰਨ ਵਾਸਤੇ। ਬਚਨ ਬਦਤ ਅਦਭੁਤ ਲਗ ਗੀਤਾ, ਸਤਿਗੁਰੂ ਨਾਨਕ ਸਾਹਿਬ ਜੀ ਆਪਣੇ ਮੁਖ ਤੋਂ ਆਸ਼ਚਰਜੀ ਬਚਨ ਕਹਿ ਰਹੇ ਹੈ। ਜੋ ਛੋਟੀ ਗੀਤਾ 7 ਸ਼ਲੋਕਾਂ ਦੀ ਗੀਤਾ ਦਾ ਪਾਠ ਹੈ। ਸੁਣਤ ਤਾਤ ਮ੍ਰਿਗ ਕੰਟਕ ਪ੍ਰੀਤਾ, ਪਿਤਾ ਜੀ ਤੇ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਐਵੇਂ ਉਹ ਗੀਤਾ ਦਾ ਪਾਠ ਅਰਥ ਸੁਣ ਰਹੇ ਹੈ ਜਿਸ ਤਰ੍ਹਾਂ ਕਹਿੰਦੇ ਹਿਰਨ ਘੰਡੇ ਹੇੜੇ ਦਾ ਸ਼ਬਦ ਬੜੇ ਪ੍ਰੇਮ ਨਾਲ ਸੁਣਦਾ ਹੈ। ਸੁਣਦਾ ਸੁਣਦਾ ਅੱਖਾਂ ਬੰਦ ਕਰਦਾ ਤੇ ਆਪਣੀ ਗਰਦਨ ਘਟਾ ਲੈਂਦਾ ਹੈ। ਪ੍ਰਥਮ ਪਾਠ ਕਰ ਪਰਮ ਪਰਬੀਨਾ, ਗੁਰੂ ਨਾਨਕ ਸਾਹਿਬ ਜੀ ਪਹਿਲਾਂ ਤੇ ਪਾਠ ਕਰਦੇ ਹੈ ਮਹਾਨ ਜੋ ਬੜੇ ਅੰਤਰਜਾਮੀ ਸਿਆਣੇ ਹੈ ਗੁਰੂ ਜੀ। ਗਿਰਾ ਮਧੁਰ ਸੁੰਦਰ ਰਸ ਲੀਨਾ, ਜਿਸ ਸਤਿਗੁਰ ਜੀ ਦੀ ਬਾਣੀ ਬੜੀ ਮਿੱਠੀ ਹੈ ਸੁੰਦਰ ਹੈ। ਮਹਾਨ ਜਿਹੜੇ ਮਹਾਨ ਰਸ ਹੈ ਉਹਦੇ ਵਿੱਚ ਤੇ ਲੀਨ ਹੀ ਹੈ ਬਾਣੀ ਗੁਰੂ ਜੀ ਦੀ। ਬਹੁਰ ਅਰਥ ਕਰ ਸਭ ਸਮਝਾਇਓ, ਬਹੁਰ ਪਹਿਲਾਂ ਅਰਥ ਕੀਤੇ ਹੈ, ਪਹਿਲਾਂ ਪਾਠ ਕੀਤਾ ਫਿਰ ਅਰਥ ਸੁਣਾਏ ਸ਼ਲੋਕਾਂ ਦੇ ਤੇ ਫਿਰ ਸਮਝਾਇਆ ਮਗਰੋਂ। ਤਾਤ ਪਰੇ ਜੋ ਤਹਿ ਮਹਿ ਪਾਇਓ, ਜੋ ਉਹਨਾਂ 7 ਸ਼ਲੋਕਾਂ ਵਿੱਚ ਤਤ ਪਾਇਆ ਨਾ, ਤਾਤ ਪਰੇ ਕਹੀਏ ਸਿਧਾਂਤ ਨਿਚੋੜ ਤਤ ਵੀ ਦਾ ਅਰਥ ਕੀ ਹੈ, 7 ਸ਼ਲੋਕਾਂ ਦਾ ਕਹਿਣ ਦਾ ਮਕਸਦ ਕੀ ਹੈ, ਸ਼੍ਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਕੀ ਸਿੱਖਿਆ ਦਿੱਤੀ ਹੈ। ਜੋ ਉਸ ਵਿੱਚੋਂ ਤਾਤ ਪਰਜ ਸਿਧਾਂਤ ਪਾਇਆ ਹੈ ਕੱਢਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ, ਉਹ ਪਿਤਾ ਜੀ ਨੂੰ ਸੁਣਾਇਆ ਸਮਝਾਇਆ ਹੈ। ਸੁਣ ਕਰ ਕਾਲੂ ਕਰਤ ਵਿਚਾਰਾ, ਸੁਣ ਕਰਕੇ ਬਾਬਾ ਕਾਲੂ ਜੀ ਵਿਚਾਰ ਕਰਦੇ ਐ। ਪੁਨ ਪਾਂਦੇ ਕੋ ਬਚਨ ਚਿਤਾਰਾ, ਉੱਥੇ ਹੈਰਾਨ ਹੋ ਕੇ ਬੈਠ ਗਏ ਐ ਤੇ ਗੋਪਾਲ ਪਾਂਦੇ ਦੇ ਬਚਨਾਂ ਨੂੰ ਚੇਤੇ ਕੀਤਾ ਹੈ। ਸਤ ਬਦਤ ਮਤ ਮਿਤ ਅਤਿਆ ਕੀ, ਉਹ ਗੋਪਾਲ ਪਾਂਦਾ ਸੱਚ ਹੀ ਕਹਿੰਦਾ ਸੀ ਕਿ ਇਹ ਕਲਿਆਣ ਚੰਦ ਜੀ ਤੁਹਾਡੇ ਜਿਹੜੇ ਪੁੱਤਰ ਦੀ ਮੱਤ ਹੈ ਨਾ ਉਹ ਮਿੱਤ ਮਰਿਆਦਾ ਤੋਂ ਪਰੇ ਹੈ, ਗਿਣਤੀਆਂ ਮਿਣਤੀਆਂ ਤੋਂ ਪਰੇ ਹੈ। ਇਹਨਾਂ ਦੀ ਮੱਤ
ਆਦੇ ਬਹੁਤ ਹੀ ਅਪਰਮਾਣ ਬੇਅੰਤ ਹੈ ਉੱਚੀ। ਬੈ ਲਗ ਮਹਿ ਏਤੀ ਮਤ ਕਾਂਕੀ। ਆਪ ਵਿਚਾਰਦੇ ਹੈ, ਕਹਿੰਦੇ ਤੇ ਹੈਰਾਨ ਹੋਵੇ ਵਾਲੀ ਗੱਲ ਹੈ, ਇੰਨੀ ਛੋਟੀ ਉਮਰ ਹੈ, ਇੰਨੀ ਛੋਟੀ ਉਮਰ 'ਚ ਆ ਭਲਾ ਕਿਸੇ ਦੀ ਇੰਨੀ ਮੱਤ ਹੁੰਦੀ ਹੈ ਵੀ ਉਹ ਹਜੇ ਪੜ੍ਹਿਆ ਨਾ ਹੋਵੇ, ਸਕੂਲ ਨਾ ਗਿਆ ਹੋਵੇ, ਪਾਠਸ਼ਾਲਾ 'ਚ ਕੋਈ ਸਾਲ 2 ਸਾਲ ਪੜ੍ਹਿਆ ਨਾ ਹੋਵੇ ਤੇ ਸਪਤ ਸ਼ਲੋਕੀ ਗੀਤਾ ਪਾਠ ਕਰਦੇ, ਅਰਥ ਸੁਣਾ ਦੇ, ਫਿਰ ਸਿਧਾਂਤ ਸੁਣਾ ਦੇ। ਵੀ ਇਹਨਾਂ ਵਰਗੀ ਮੱਤ ਤੇ ਅੱਜ ਤੱਕ ਹੀ ਨਹੀਂ ਕਿਸੇ ਦੀ ਵੇਖੀ ਇੰਨੀ ਛੋਟੀ ਉਮਰ ਵਿੱਚ। ਦੋਹਰਾ ਜਨਕ ਗਇਓ ਸੁਨ ਕਰ ਸਦਨਾ। ਬਾਬਾ ਕਲਿਆਣ ਚੰਦ ਜੀ ਸੁਪੁੱਤਰ ਨਾਨਕ ਗੁਰੂ ਨਾਨਕ ਸਾਹਿਬ ਜੀ ਤੋਂ ਅਰਥ ਸੁਣ ਕੇ ਬੜੀ ਛੇਤੀ ਨਾਲ ਚੱਲ ਕੇ ਘਰ ਵੱਲ ਗਏ ਐ। ਨਾਨਕ ਜਨਨੀ ਸੰਗ। ਮਾਤਾ ਜੋ ਗੁਰੂ ਨਾਨਕ ਸਾਹਿਬ ਜੀ ਦੇ ਐ ਉਹਨਾਂ ਦੇ ਕੋਲ ਬਚਨਨ ਸੋ ਵਰਣਨ ਕਰੀ। ਮਾਤਾ ਜੀ ਨਾਲ ਜਾ ਕੇ ਆ ਬਚਨ ਵਰਣਨ ਕੀਤੇ, ਮੇਰੀ ਬਾਣੀ ਕਹੀ ਹੈ ਜਾ ਕੇ। ਸਭ ਬਿਦ ਹਿਰਦੇ ਉਮੰਗ। ਆ ਸਭ ਤਰ੍ਹਾਂ ਨਾਲ ਹਿਰਦੇ ਵਿੱਚ ਉਤਸ਼ਾਹ ਖੁਸ਼ ਹੋ ਕੇ ਖੁਸ਼ੀ ਸਮਾਈ ਨਹੀਂ ਜਾ ਰਹੀ। ਤੇ ਮਾਤਾ ਤ੍ਰਿਪਤਾ ਦੇਵੀ ਜੀ ਨਾਲ ਬਾਬਾ ਕਲਿਆਣ ਚੰਦ ਜੀ ਐਵੇਂ ਬਾਣੀ ਕਹਿਣ ਲੱਗੇ ਮੁਖੋਂ ਆਪਣਿਓ। ਚੌਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ। ਐਸੋ ਪਤਨੀ ਤ੍ਰਿਪਤਾ ਵੇਖੋ ਪਹਿਲਾਂ ਜੋਤਸ਼ੀ ਆ ਪ੍ਰੋਹਤ ਹਰਦਿਆਲ ਜੀ ਨੇ ਆ ਕਿੰਨੇ ਸਾਡੇ ਸੁਪੁੱਤਰ ਦੇ ਗੁਣ ਗਾਏ ਐ। ਸ਼ੁਭ ਲੱਛਣ ਸਭ ਅੰਗ ਬਤਾਏ। ਇਹਨਾਂ ਦੇ ਅੰਗਾਂ ਵਿੱਚ ਜਿੰਨੇ ਸਾਰੇ ਇਹਨਾਂ ਦੇ ਅੰਗ ਆ ਸ਼ੁਭ ਚੰਗੇ ਲੱਛਣ, ਜਿਹੜੇ 32 ਲੱਛਣ ਹੁੰਦੇ ਆ ਮਨੁੱਖ ਵਿੱਚ ਕਿ ਕਰਮਾਂ ਭਾਗਾਂ ਵਾਲਿਆਂ ਅਵਤਾਰਾਂ ਵਿੱਚ, ਉਹ ਸਾਰੇ ਵੇਖੋ ਤ੍ਰਿਪਤਾ ਜੀ ਆ ਦੱਸੇ ਐ। ਉਹ ਕਹਿੰਦਾ ਸੀ ਕੋਈ ਨਾ ਕੋਈ ਅਵਤਾਰ ਹਨ। ਹੁਣ ਪਾਂਦੇ ਗੋਪਾਲ ਬਖਾਨਾ। ਹੁਣ ਵੇਖੋ ਗੋਪਾਲ ਪਾਂਦਾ ਹੈ, ਉਹਨੇ ਵੀ ਪੜ੍ਹਾਉਣ ਤੋਂ ਮਨਾ ਕਰ ਦਿੱਤਾ। ਕਹਿੰਦਾ ਹੈ ਪੜ੍ਹਾਉਣ ਦੇ ਖਿਆਲ ਵਿੱਚ ਨਾ ਕਲਿਆਣ ਚੰਦ ਜੀ ਪਾਓ। ਉਹਨੇ ਵੀ ਸਿਫਤ ਕੀਤੀ ਵੀ ਇਹ ਤੇ ਕੋਈ ਅਵਤਾਰ ਆਏ ਆ ਤੇਰੇ ਘਰ ਵਿੱਚ। ਸੁਤ ਤੁਮਰੋ ਅਤ ਸ਼ੈ ਮਤਵਾਨਾ। ਉਹਨਾਂ ਵੀ ਕਿਹਾ ਸੀ ਕਿ ਵੇਖ ਕਲਿਆਣ ਚੰਦ ਤੇਰਾ ਜਿਹੜਾ ਪੁੱਤਰ ਹੈ ਨਾ ਗੁਰੂ ਨਾਨਕ ਸਾਹਿਬ, ਇਹਨਾਂ ਦੀ ਜਿਹੜੀ ਮੱਤ ਹੈ ਉਹਦੇ ਬਹੁਤ ਉੱਚੀ ਸੁੱਚੀ ਮੱਤ ਵਾਲੇ, ਇਹਨਾਂ ਦੀ ਬਰਾਬਰੀ ਦਾ ਮੈਂ ਤੇ ਦੁਨੀਆ ਦੇ ਕੋਈ ਨਹੀਂ ਵੇਖ ਰਿਹਾ। ਅਬ ਬਾਰਕ ਮਹਿ ਕਾਗਦ ਲੀਨੇ। ਆ ਹੁਣ ਮੈਂ ਕੀ ਤੁਹਾਨੂੰ ਦੱਸਾਂ, ਮੈਂ ਚੱਲ ਕੇ ਬਾਹਰ ਜਾ ਰਿਹਾ ਸਾਂ। ਮੈਂ ਚੱਲਦੇ ਚੱਲਦੇ ਵੇਖਿਆ ਕਿ ਹੁਣ ਇਹ ਬੱਚਿਆਂ ਦੇ ਵਿੱਚ ਹੱਥਾਂ ਵਿੱਚ ਕੁਝ ਕਾਗਜ਼ ਜੇ ਖਾਲੀ ਲੈ ਕੇ ਖੇਲਤ ਹੁਦੋ ਪ੍ਰੀਤ ਚਿਤ ਚੀਨੇ। ਆ ਚਿੱਤ ਵਿੱਚ ਅਪ੍ਰੀਤੀ ਜਾਣ ਕੇ, ਬੜੀ ਪ੍ਰੇਮ ਨਾਲ ਚਿੱਤ ਵਿੱਚ ਜਾਣ ਕੇ ਪ੍ਰੇਮ ਕਰਕੇ ਤੇ ਖੇਲ ਰਿਹਾ ਸੀ। ਮੈਂ ਬੂਝਿਓ ਕਿਆ ਖੇਲੋ ਤਾਤਾ। ਮੈਂ ਜਾ ਕੇ ਪੁੱਛਿਆ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ, ਪੁੱਤਰ ਜੀ ਆ ਕਿਹੋ ਜਿਹਾ ਖੇਲ ਖੇਡਦੇ ਹੋ, ਕੀ ਖੇਡਾਂ ਖੇਡ ਰਹੇ ਹੋ? ਸੁੰਦਰ ਗਿਰਾ ਕਹੀ ਸੁਖ ਦਾਤਾ। ਇਹ ਸੁਖ ਦਾਤਾ ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਮੈਨੂੰ ਐਵੇਂ ਸੁੰਦਰ ਆ ਬੋਲ ਬਾਣੀ ਕਹੀ। ਸਪਤ ਸ਼ਲੋਕੀ ਗੀਤਾ ਪਾਖੀ। ਮੈਨੂੰ ਐਵੇਂ ਦੀ ਗੱਲ ਕਹੀ ਕਿ ਪਿਤਾ ਜੀ ਮੈਂ ਆ 7 ਸ਼ਲੋਕੀ ਜਿਹੜੀ ਗੀਤਾ ਹੈ ਉਹਦਾ ਪਾਠ ਤੇ ਅਰਥ ਵਿਚਾਰਦਾ ਪੜ੍ਹਦਾ ਹਾਂ, ਆ ਬੱਚਿਆਂ ਨੂੰ ਵੀ ਸੁਣਾ ਰਿਹਾ ਹਾਂ। ਜਨ ਪੰਡਿਤ ਤੇ ਪੜ ਕਰ ਰਾਖੀ। ਐਵੇਂ ਮੈਂ ਕੀ ਦੱਸਾਂ ਤ੍ਰਿਪਤਾ ਜੀ, ਇਹਨਾਂ ਨੇ ਤੇ ਐਵੇਂ ਉਹ ਸਬਤ ਸ਼ਲੋਕੀ ਗੀਤਾ ਪੜ੍ਹੀ ਜਿਵੇਂ ਪਹਿਲਾਂ ਕਿਸੇ ਪੰਡਿਤ ਤੋਂ ਪੜ੍ਹ ਕੇ ਰੱਖੀ ਹੋਵੇ। ਅਬ ਤੋ ਮਤ ਗੁਣਵਾਨਨ ਜਾਸੀ। ਆ ਹੁਣ ਤੇ ਵੇਖ ਰਹੇ ਆ ਕਿ ਇਹਨਾਂ ਦੀ ਜਿਹੜੀ ਮੱਤ ਹੈ, ਬੁੱਧੀ ਹੈ, ਇਹਦੇ ਬੜੇ ਗੁਣ ਵਾਲੇ ਪੰਡਤਾਂ ਵਾਂਗ ਹੈ, ਬੜੀ ਮਹਾਨ। ਵੱਡੇ ਹੋਏ ਕਿਆ ਜਾਣਹਿ ਕੈਸੀ। ਵੱਡੇ ਹੋ ਜਾਣਗੇ ਕੈਸੀ ਮੱਤ ਹੋ ਜਾਵੇਗੀ ਉਹ ਤੇ ਨਹੀਂ ਪਤਾ। ਹੁਣ ਤੇ ਇਹਨਾਂ ਦੀ ਮੱਤ ਬੜੀ ਉੱਚੀ ਸੁੱਚੀ ਮਹਾਨ ਹੈ। ਸੁਨ ਪੁਨ ਕਹਿਤ ਪਈ ਗੁਰਮਾਤਾ। ਸੁਣ ਕੇ ਫਿਰ ਗੁਰੂ ਜੀ ਦੇ ਮਾਤਾ ਤ੍ਰਿਪਤਾ ਦੇਵੀ ਜੀ ਐਵੇਂ ਕਹਿਣ ਲੱਗੇ ਐ। ਸ਼ੁਭ ਲੱਛਣ ਇਸ ਮਹਿ ਵਿਖਿਆਤਾ। ਕਹਿਣ ਲੱਗੇ ਵੇਖੋ ਪਤੀ ਜੀ,
ਇਹਨਾਂ ਦੇ ਵਿੱਚ ਆ ਜਦੋਂ ਦਾ ਇਹਨਾਂ ਦਾ ਅਵਤਾਰ ਹੋਇਆ ਹੈ, ਇਹ ਸਾਡੇ ਘਰ ਪੈਦਾ ਹੋਏ ਆ ਸਾਰੇ ਚੰਗੇ ਲੱਛਣ ਹੀ ਪ੍ਰਗਟ ਹੋ ਰਹੇ, ਚੰਗੇ ਲੱਛਣ ਹੀ ਵੇਖੇ ਜਾ ਰਹੇ ਐ। ਬਦਨ ਪ੍ਰਸੰਨਾ ਕਮਲ ਜਿਮ ਬਿਕਸਾ। ਆ ਮੁਖ ਸਦਾ ਇਹਨਾਂ ਦਾ ਪ੍ਰਸੰਨ ਰਹਿੰਦਾ ਹੈ, ਜਿਵੇਂ ਕਵਲ ਦਾ ਫੁੱਲ ਖਿੜਿਆ ਰਹਿੰਦਾ ਹੈ। ਰੋਦਨ ਸ਼ਬਦ ਨਾ ਮੁਖ ਤੇ ਨਿਕਸਾ। ਅੱਜ ਵੇਖੋ ਇਹਨਾਂ ਦੀ ਕਿੰਨੀ ਉਮਰ ਹੋ ਗਈ ਹੈ, ਸਾਢੇ 6-7 ਸਾਲ ਦੇ ਹੋ ਚੱਲੇ ਐ। ਆ ਮੁਖ ਤੋਂ ਕਦੀ ਰੋਣ ਦਾ ਆਵਾਜ਼ਾ ਸ਼ਬਦ ਤੇ ਨਿਕਲਿਆ ਹੀ ਨਹੀਂ ਵੀ ਕਦੇ ਭੂਰਾ ਮਾਤਰ ਵੀ ਰੋ ਕੇ ਆਵਾਜ਼ ਕੱਢ ਦੇਣ। ਸਿਸ ਮਹਿ ਖੇਲਤ ਦੇਤ ਨਾਗਾਰੀ। ਆ ਬੱਚਿਆਂ ਵਿੱਚ ਖੇਡਦੇ ਐ ਤੇ ਨਹੀਂ ਤੇ ਬੱਚਿਆਂ ਦਾ ਸੁਭਾਅ ਹੁੰਦਾ ਉਹ ਗਾਲਾਂ ਕੱਢਦੇ ਐ। ਇਹ ਬੱਚਿਆਂ ਵਿੱਚ ਵੀ ਖੇਡਦੇ, ਕਦੀ ਗਾਲਾਂ ਨਹੀਂ ਕੱਢਦੇ, ਕਿਸੇ ਨੂੰ ਗਾਲ ਮੰਦਾ ਨਹੀਂ ਦਿੰਦੇ। ਲਰਿਓ ਨਾ ਕਿਸ ਸਿਉ ਮਧੁਰ ਉਚਾਰੀ। ਨਾ ਕਿਸੇ ਨਾਲ ਅੱਜ ਤੱਕ ਲੜੇ ਐ, ਨਾ ਕਦੀ ਇਹਨਾਂ ਦਾ ਉਲਾਮਾ ਆਇਆ ਹੈ। ਤੇ ਜਿਵੇਂ ਫਿਰ ਮਿੱਠੀ ਬੋਲੀ ਬੋਲਦੇ ਐ। ਨਰ ਨਾਰੀ ਸਭ ਕਰਤ ਵਡਾਈ। ਰਾਏ ਭੋਏ ਦੀ ਤਲਵੰਡੀ ਵਿੱਚ ਜਿੰਨੇ ਮਨੁੱਖ ਹੈ, ਜਿੰਨੀਆਂ ਇਸਤਰੀਆਂ, ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਮਹਿਮਾ ਕਰਦੇ ਐ ਕਿ ਕਲਿਆਣ ਚੰਦ ਦੇ ਵੱਡਿਆਂ ਭਾਗਾਂ ਵਾਲਾ ਹੈ। ਸੰਗ ਫਿਰ ਹੈ ਬਾਰਕ ਬਰਿਆਈ। ਜਿੰਨੇ ਬੱਚੇ ਐ ਮੱਲੋ ਮੱਲੀ ਇਹਨਾਂ ਦੇ ਨਾਲ ਫਿਰਦੇ ਐ। ਮਾਤਾ ਪਿਤਾ ਉਹਨਾਂ ਦੇ ਮਾਂ ਪਿਓ ਗਾਲਾਂ ਕੱਢਦੇ, ਪੁੱਤਰ ਹੁਣ ਘਰ ਆ ਜਾਓ, ਹੁਣ ਘਰ ਆ ਜਾਓ, ਸ਼ਾਮ ਹੋ ਗਈ ਐ, ਬੜਾ ਖੇਡ ਲਿਆ ਹੈ। ਉਹਦੇ ਮੱਲੋ ਮੱਲੀ ਬੱਚੇ ਇਹਨਾਂ ਨਾਲ ਹੀ ਖੇਡਦੇ, ਐਸੇ ਮੋਏ ਪਏ ਹਨ। ਬ੍ਰਿਧ ਨਰਨ ਜਿਉ ਪਨਹ ਕਹਾਣੀ। ਆ ਜਿਸ ਤਰ੍ਹਾਂ ਕੋਈ ਬਜ਼ੁਰਗ ਆਪਣੇ ਛੋਟੇ ਬੱਚਿਆਂ ਵਿੱਚ ਕਹਾਣੀਆਂ ਕਹਿੰਦਾ ਹੋਵੇ, ਐਵੇਂ ਛੋਟੇ ਬੱਚਿਆਂ ਵਿੱਚ ਆਪਣੇ ਸਾਥੀਆਂ ਨਾਲ ਪੰਡਤਾਂ ਵਾਂਗ ਹੀ ਕਥਾ ਕਹਾਣੀ ਕਹਿੰਦੇ ਰਹਿੰਦੇ ਐ। ਬਾਲ ਵਿਸਾਲ ਸੁਨਹ ਹਿਤ ਠਾਨੀ। ਬੱਚੇ ਵੀ ਐਸੇ ਪ੍ਰੇਮ ਨਾਲ, ਐਸੇ ਪ੍ਰੇਮ ਨੂੰ ਧਾਰ ਕੇ ਸੁਣਦੇ ਆ ਬਹੁਤੇ ਨੂੰ। ਮਾਤ ਪਿਤਾ ਸੁਤ ਉਸਤਤ ਕਹਿ ਕਰ। ਮਾਤਾ ਐਵੇਂ ਮਾਤਾ ਤ੍ਰਿਪਤਾ ਦੇਵੀ ਜੀ, ਪਿਤਾ ਕਲਿਆਣ ਚੰਦ ਜੀ ਆਪੋ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਦੀਆਂ ਗੱਲਾਂ ਕਹਿ ਕੇ, ਬਾਣੀ ਕਹਿ ਕੇ। ਔਰ ਅਮੋਦ ਸੰਗ ਪੇ ਗਹਿਵਰ। ਹਿਰਦੇ ਵਿੱਚ ਆਨੰਦ ਖੁਸ਼ੀ ਨਾਲ ਖਚਾ ਖਚੀ ਹੋ ਗਏ ਐ। ਉਤ ਸ਼੍ਰੀ ਨਾਨਕ ਖੇਲ ਮਚਾਵਤ। ਉਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਲ ਦੇ ਸਾਥੀਆਂ ਬੱਚਿਆਂ ਵਿੱਚ ਆ ਖੇਡ ਮਚਾ ਰਹੇ ਆ, ਖੇਡਾਂ ਖੇਡ ਰਹੇ ਹਨ। ਤਲਵੰਡੀ ਕੀ ਬੀਥੀ ਧਾਵਤ। ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੌੜਦੇ ਐ, ਆਦੇ ਭਲਾ ਹੀ ਕਰ ਰਹੇ ਸਭ ਦਾ। ਜਿਹੜੇ ਦਰਸ਼ਨ ਕਰਦੇ ਉਹਨਾਂ ਉਹ ਮੁਕਤ ਹੋ ਰਹੇ ਐ। ਚੜ੍ਹੈ ਤਰੋਵਰ ਜਸ ਪਦ ਕੂਦਹਿ। ਕਦੀ ਕਦੀ ਤੇ ਗੁਰੂ ਨਾਨਕ ਸਾਹਿਬ ਜੀ ਰੁੱਖਾਂ ਉੱਪਰ ਚੜ੍ਹ ਜਾਂਦੇ ਐ, ਬੜੀ ਛੇਤੀ ਨਾਲ ਆ ਛਾਲਾਂ ਮਾਰਦੇ ਐ। ਸਿਸ ਕੋ ਸਿਸ ਮਿਲ ਲੋਚਨ ਮੂਦਹਿ। ਬੱਚੇ ਕਿੰਨੇ ਇਕੱਠੇ ਹੋਏ ਹੁੰਦੇ ਐ। ਬੱਚੇ ਇੱਕ ਦੂਜੇ ਨਾਲ ਮਿਲ ਕੇ ਇੱਕ ਦੂਜੇ ਦੀਆਂ ਅੱਖਾਂ ਤੇ ਪੱਟੀ ਜੀ ਬੰਨ੍ਹ ਲੈਂਦੇ ਜਾਂ ਅੱਖਾਂ ਬੰਦ ਕਰ ਦਿੰਦੇ ਹੈ। ਭਾਗ ਚਲਹਿ ਨਹ ਦੇਤ ਗਹਾਈ। ਫਿਰ ਇੱਕ ਜਣ ਅੱਖਾਂ ਬੰਦ ਕਰ ਦਿੰਦਾ, ਦੂਜਾ ਭੱਜ ਜਾਂਦੇ ਸਾਰੇ। ਉਹ ਆਪਣੇ ਆਪ ਨੂੰ ਪਕੜਾਉਂਦੇ ਨਹੀਂ, ਫੜਨ ਨਹੀਂ ਦਿੰਦੇ। ਹੱਥ ਲਗਤਾ ਕਰ ਸ਼ਵੈ ਹੈ ਦਾਈ। ਬੜੀ ਛੇਤੀ ਨਾਲ ਕਰਕੇ ਫਿਰ ਉਹ ਜਿਹੜਾ ਛੂੰਹਦੇ ਹੈ ਤੇ ਆਪਣੀ ਜਿਹੜੀ ਦਾਈ ਹੈ, ਆਪਣੀ ਜਿਹੜੀ ਵਾਰੀ ਹੈ ਉਹਨੂੰ ਲਾਹ ਲੈਂਦੇ ਹੈ। ਇੱਕ ਦਾਈ ਖੇਡ ਹੁੰਦੀ ਹੈ, ਜਿਹੜੇ ਬੱਚੇ ਹੁੰਦੇ ਆ ਖੇਲਣ ਵਾਲੇ, ਖੇਡਣ ਮੱਲਣ ਵਾਲੇ, ਇੱਕ ਨੂੰ ਦਾਈ ਥਾਪ ਲੈਂਦੇ ਆ। ਉਹ ਢੇਰੀਆਂ 'ਚ ਮਿੱਟੀ ਦੇ ਲਾਈਆਂ ਹੁੰਦੀਆਂ, ਉੱਥੇ ਜਿਹੜਾ ਜਿਹਨੂੰ ਦਾਈ ਥਾਪਿਆ ਹੁੰਦਾ, ਜਿਹਦੀ ਵਾਰੀ ਹੁੰਦੀ, ਉੱਥੇ ਖਲੋਤਾ ਹੁੰਦਾ। ਦੂਜੇ ਬੱਚੇ ਆ ਕੇ ਉਹ ਢੇਰੀ ਨੂੰ ਹੱਥ ਲਾਉਂਦੇ ਆ। ਉਹ ਜਿਹੜਾ ਦਾਈ ਹੈ, ਜਿਹੜਾ ਢੇਰੀ 'ਤੇ ਖਲੋਤਾ, ਜਿਹਦੀ ਵਾਰੀ ਹੈ, ਉਹ ਹੱਥ ਨਹੀਂ ਲਾਉਣ ਦਿੰਦਾ ਹੈ। ਜੇ ਉਹ ਢੇਰੀ ਨੂੰ ਹੱਥ ਲਾ ਜਾਵੇ, ਜਿਹੜਾ ਦੂਸਰਾ ਬੱਚਾ ਹੈ, ਉਹ ਫਿਰ ਦਾਈ ਜਿੱਤ ਜਾਂਦਾ ਹੈ।
ਤੇ ਜਿਹੜਾ ਦਾਈ ਤੇ ਖੜਾ ਹੈ ਜਿਹਦੀ ਵਾਰੀ ਹੈ, ਜੇ ਉਹ ਜਿਹੜਾ ਹੱਥ ਲਾਉਣ ਆਇਆ ਹੈ ਉਹ ਛੁੱਟ ਕੇ ਭੱਜੇ ਤੇ ਉਹਦੇ ਮਗਰ ਹੀ ਜਿਹੜਾ ਬੱਚਾ ਭੱਜਦਾ ਹੈ ਜ਼ੋਰ ਨਾਲ, ਜਿਹਦੀ ਵਾਰੀ ਹੈ, ਜੇ ਉਹ ਭੱਜ ਕੇ ਉਹਨੂੰ ਫੜ ਲਵੇ ਜਿੱਥੇ ਹੀ, ਫਿਰ ਉੱਥੋਂ ਹੀ ਉਹਨੂੰ ਮੋਢਿਆਂ 'ਤੇ ਚੁੱਕ ਕੇ ਉਹ ਢੇਰੀ ਤੱਕ ਲਿਆਉਂਦੇ ਹੈ। ਜੇ ਜਿਹੜੀ ਵਾਰੀ ਹੈ, ਜਿਹੜਾ ਢੇਰੀ 'ਤੇ ਖੜਾ ਹੈ, ਜੇ ਉਹ ਦੂਸਰੇ ਬੱਚੇ ਨੂੰ ਫੜ ਲੈਣਾ ਭੱਜ ਕੇ ਜਿੱਥੇ ਜਾ ਕੇ, ਫਿਰ ਜਿਹਨੂੰ ਫੜਿਆ ਹੈ ਉਹ ਆਪਣੇ ਕੰਧਿਆਂ 'ਤੇ ਚੁੱਕ ਕੇ ਢੇਰੀ ਤੱਕ ਉਹ ਲਿਆਉਂਦਾ ਹੈ, ਫਿਰ ਵਾਰੀ ਉਹਦੇ ਸਿਰ ਆ ਜਾਂਦੀ। ਇਹ ਦਾਈ ਖੇਡ ਹੈ। ਇਵੇਂ ਬੜੀ ਛੇਤੀ ਨਾਲ ਛੂਹ ਲੈਂਦਾ ਹੈ ਦਾਈ ਵਾਲਾ ਤੇ ਆਪਣੀ ਦਾਈ ਦੀ ਵਾਰੀ ਛਡਾ ਲੈਂਦਾ ਹੈ ਬੱਚਾ। ਇੱਕ ਇੱਕ ਕੋਲਾ ਕੰਧ ਉਚਾਈ, ਜਦੋਂ ਉਹ ਦੂਸਰੇ ਨੂੰ ਜਾ ਕੇ ਭੱਜ ਕੇ ਢੇਰੀ ਤੋਂ ਜਾ ਕੇ ਫੜ ਲੈਂਦਾ ਹੈ, ਜਿਹੜੇ ਛੇੜਾਂ ਜੀਆਂ ਛੇੜਦੇ ਆ, ਫਿਰ ਉਹ ਚੁੱਕ ਕੇ ਇੱਕ ਇੱਕ ਜਾਣੇ ਨੂੰ ਉਹ ਚੁੱਕ ਕੇ ਮੋਢਿਆਂ 'ਤੇ ਉਹ ਢੇਰੀਆਂ ਤੱਕ ਲਿਆਉਂਦਾ ਹੈ। ਜਾ ਹੈ ਨਿਸ਼ਾਨੀ ਜਹਾਂ ਬਣਾਈ, ਆ ਜਿਸ ਜਗ੍ਹਾ 'ਤੇ ਨਿਸ਼ਾਨੀ ਬਣਾਈ ਹੁੰਦੀ, ਢੇਰੀ ਜੀ ਲਾਈ ਹੁੰਦੀ, ਉਸ ਥਾਂ 'ਤੇ ਫਿਰ ਆਪਣੇ ਮੋਢਿਆਂ 'ਤੇ ਚੁੱਕ ਕੇ ਉਹ ਬੱਚਾ ਖੜਦਾ ਉਸ ਨੂੰ। ਜਹਾਂ ਬਹੁਤ ਧੂਰ ਬਣਾਵਹਿ ਢੇਰੀ, ਜਿੱਥੇ ਬਹੁਤ ਹੀ ਮਿੱਟੀ ਦੀਆਂ ਢੇਰੀਆਂ ਬਣਾਈਆਂ ਹੁੰਦੀਆਂ ਹੈ। ਬਦ ਬਦ ਕੂਦ ਕੁਲਾਚਨ ਕੇਰੀ, ਐਵੇਂ ਸ਼ਰਤਾਂ ਬੰਨ ਕੇ ਉਹ ਢੇਰੀ ਦੇ ਉੱਪਰ ਛਾਲਾਂ ਮਾਰਦੇ ਐ। ਵੇਦੀ ਬਸਨਾ ਕੇ ਸਿਸ ਚਾਰੂ, ਵੇਦੀਆਂ ਦੀ ਬੰਸ ਦੇ ਬੜੇ ਸੁੰਦਰ ਬਾਲਕ ਗੁਰੂ ਨਾਨਕ ਸਾਹਿਬ ਜੀ ਵੇਦੀ ਬੰਸ ਵਿੱਚ ਹੀ ਹੈ। ਜਿਹੜੇ ਹੋਰ ਵੇਦੀ ਬੰਸ ਦੇ ਹੈ ਬੱਚੇ ਬੜੇ ਸੁੰਦਰ, ਜਿਨ ਪਹਿਰੇ ਭੂਖਨ ਧੁਨ ਕਾਰੂ, ਜਿਹੜੇ ਬੱਚਿਆਂ ਨੇ ਸਾਰਿਆਂ ਨੇ ਆਪਣੇ ਸਰੀਰਾਂ ਉੱਪਰ ਆ ਸੋਨੇ ਦੇ ਚਾਂਦੀ ਦੇ ਗਹਿਣੇ ਧਾਰਨ ਕੀਤੇ ਹੋਏ ਆ। ਜਦੋਂ ਭੱਜਦੇ ਬੜੀ ਆਵਾਜ਼ ਹੁੰਦੀ ਉਹਨਾਂ ਦੀ। ਬਹੁ ਬੈਸਨ ਕੇ ਸਿਸ ਤਹਿ ਥਾਈ, ਬਹੁਤੇ ਬਾਣੀਆਂ ਦੇ ਜਿਹੜੇ ਹੱਟੀਆਂ ਚਲਾਉਂਦੇ ਬਾਣੀਏ, ਉਹਨਾਂ ਦੇ ਬੱਚੇ ਵੀ ਉਸ ਥਾਂ 'ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਖੇਡਦੇ ਐ। ਕਾਕ ਪੱਖ ਜਿਨਾ ਸੀਸ ਬਣਾਈ, ਉਹ ਵੀ ਬੱਚੇ ਉੱਥੇ ਆ ਕੇ ਖੇਡਦੇ ਐ, ਜਿਨ੍ਹਾਂ ਦੇ ਭਾਈ ਸਾਹਿਬ ਜੀ ਕਹਿੰਦੇ ਐ, ਭਾਈ ਬਾਲਾ ਜੀ ਕਹਿੰਦੇ ਐ ਵੀ ਜਿਨ੍ਹਾਂ ਨੇ ਸੀਸ ਉੱਪਰ ਆ ਕਾਂ ਦੇ ਖੰਭਾਂ ਵਰਗੇ ਵਾਲ ਜੇ ਕੇਸ ਜੇ ਬਣਾਏ ਹੋਏ, ਭਾਵ ਜਿਨ੍ਹਾਂ ਨੇ ਆ ਪਟੇ ਜੇ ਰੱਖੇ ਹੋਏ ਐ। ਵਿਪਰਨ ਕੇ ਬਾਲਕ ਮਿਲ ਬ੍ਰਿੰਦਾ, ਬਾਹਮਣਾਂ ਦੇ ਜਿਹੜੇ ਬ੍ਰਾਹਮਣ ਐ ਉਹਨਾਂ ਦੇ ਬੱਚੇ ਵੀ ਬਹੁਤ ਜਾਣੇ ਇਕੱਠੇ ਹੋ ਕੇ ਮਿਲ ਕੇ ਖੇਲਤ ਤਜਹੈ ਨਾ ਸੰਗ ਮੁਕੰਦਾ, ਉਹ ਵੀ ਗੁਰੂ ਨਾਨਕ ਸਾਹਿਬ ਜੀ ਜੋ ਮੁਕਤੀ ਦੇ ਦਾਤੇ ਉਹਨਾਂ ਨਾਲ ਖੇਡਦੇ, ਸਾਥ ਨਹੀਂ ਛੱਡਦੇ। ਸਾਰੇ ਬੱਚੇ ਬ੍ਰਾਹਮਣਾਂ ਦੇ, ਬਾਣੀਆਂ ਦੇ, ਵੇਦੀ ਬੰਸ ਦੇ ਗੁਰੂ ਨਾਨਕ ਸਾਹਿਬ ਨਾਲ ਖੇਡਦੇ ਆ, ਕਿਤੇ ਸਾਥ ਨਹੀਂ ਛੱਡਦੇ। ਜੀ ਨਹੀਂ ਕਰਦਾ ਵੀ ਘਰ ਹੀ ਚਲੇ ਜਾਈਏ, ਆ ਰੋਟੀ ਪਾਣੀ ਖਾ ਲਈਏ, ਕਿਤੇ ਭੁੱਖ ਨਹੀਂ ਲੱਗਦੀ। ਇੱਕ ਬਾਰ ਬਾਰਕ ਜੋ ਆਇਓ, ਇੱਕ ਵਾਰ ਜਿਹੜਾ ਬੱਚਾ ਆ ਜਾਂਦਾ ਨਾ ਗੁਰੂ ਨਾਨਕ ਸਾਹਿਬ ਜੀ ਦੀ ਖੇਡ ਖੇਡਦਿਆਂ ਉਹਦੇ ਵਿੱਚ, ਪੁਨ ਆਵਹਿ ਨਿਤ ਚਿਤ ਬਿਰਮਾਇਓ, ਉਹਦਾ ਚਿੱਤ ਤੇ ਐਸਾ ਲੱਡੂ ਹੋ ਜਾਂਦਾ, ਐਸਾ ਮੋਇਆ ਜਾਂਦਾ ਗੁਰੂ ਨਾਨਕ ਸਾਹਿਬ ਜੀ ਦਾ ਸੁੰਦਰ ਮੁਖੜਾ ਦੇ ਕੇ, ਉਹ ਤੇ ਨਿੱਤ ਹੀ ਆਉਂਦਾ। ਫਿਰ ਪੂਰ ਭਾਗ ਜਾਗੇ ਜਿਨ ਮਾਥੇ, ਮਹਾਰਾਜ ਦੀ ਮਹਿਮਾ ਕਰਦੇ ਹੋਏ ਭਾਈ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ ਐ, ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬੱਚਿਆਂ ਦੇ ਮੱਥੇ ਦੇ ਬਹੁਤ ਵੱਡੇ ਭਾਗ ਜਾਗੇ ਐ। ਕਰਹਿ ਸਪਰਸ਼ਨ ਬੋਲਣ ਸਾਥੇ, ਉਹਦੇ ਬੱਚੇ ਧੰਨ ਐ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਨਾਲ ਛੂੰਹਦੇ ਐ, ਲੱਗਦੇ ਐ, ਆ ਨਾਲੇ ਮੂੰਹ ਤੋਂ ਗੱਲਾਂ ਕਰਦੇ ਐ, ਗੁਰੂ ਨਾਨਕ ਸਾਹਿਬ ਜੀ ਨਾਲ ਖੇਡਦੇ ਐ। ਤੇ ਵੇਖੋ ਹੱਥ ਵੀ ਤੇ ਲਾਉਣਾ ਹੀ ਹੈ ਨਾ, ਕਦੀ ਮਹਾਰਾਜ ਨੂੰ ਛੂਹ ਲੈਂਦੇ ਐ, ਕਦੀ ਮਹਾਰਾਜ ਉਹਨਾਂ ਨੂੰ ਛੂਹ ਲੈਂਦੇ ਐ। ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਉਹਦੇ ਬੱਚੇ ਧੰਨ ਹੈ ਜਿਹੜੇ ਗੁਰੂ ਜੀ ਦੇ ਸਰੀਰ ਨਾਲ ਆ ਛੋਹ ਰਹੇ ਹੈ, ਤੇ ਨਾਲੇ ਆਵਾਜ਼ਾਂ ਨਾਲ ਗੱਲਾਂ ਕਰਦੇ ਵੀ ਆ ਗੁਰੂ ਨਾਨਕ ਸਾਹਿਬ ਜੀ ਇੱਧਰ ਸਾਨੂੰ ਫੜੋ। ਨਰਾਜ ਛੰਦ ਸਿਸੋਂ ਵਿਖੇ ਬਿਨਾ ਲਖੇ, ਭਾਈ ਸੰਤੋਖ ਸਿੰਘ ਜੀ ਇੱਥੇ ਮਹਾਨ ਹੀ ਮਹਿਮਾ ਕਰ ਰਹੇ ਆ ਗੁਰੂ ਮਹਾਰਾਜ ਦੀ। ਕਹਿੰਦੇ ਜੋ ਬੱਚਿਆਂ ਦੇ ਵਿੱਚ ਆ ਬਿਨਾ ਜਾਣੇ, ਖੇਲ ਖੇਲ
ਖੇਲਹੀ। ਜੋ ਗੁਰੂ ਨਾਨਕ ਸਾਹਿਬ ਭਾਵ ਬਿਨਾ ਜਾਣੇ, ਜਿਨ੍ਹਾਂ ਨੂੰ ਜਾਣਿਆ ਨਹੀਂ ਨਾ ਜਾ ਸਕਦਾ ਪਰਮੇਸ਼ਰ ਨੂੰ, ਉਹ ਗੁਰੂ ਨਾਨਕ ਸਾਹਿਬ ਜੀ ਨਾ ਖੇਡਣ ਵਾਲੀਆਂ ਖੇਡਾਂ ਨੂੰ ਅੱਜ ਖੇਲ ਰਹੇ ਦੁਨੀਆ ਤੇ ਆ ਕੇ। ਮਿਲਾਏ ਬ੍ਰਿੰਦ ਬਾਲਕੋ, ਬਹੁਤੇ ਬੱਚਿਆਂ ਨੂੰ ਆ ਮੇਲ ਕੇ ਇਕੱਠਿਆਂ ਕਰਕੇ। ਪਹੇਲ ਲਾਲ ਮੇਲਹੀ, ਬੜੀਆਂ ਪਿਆਰੀਆਂ ਪਿਆਰੀਆਂ ਇਕੱਠੇ ਬੱਚੇ ਕਰਕੇ ਬੜੀਆਂ ਪਿਆਰੀਆਂ ਪਿਆਰੀਆਂ ਬੁਝਾਰਤਾਂ ਜੀਆਂ ਪਾਉਂਦੇ ਐ। ਜਦੋਂ ਬੁੱਝੀ ਨਹੀਂ ਜਾਂਦੀ ਖਿੜਖੜਾ ਕੇ ਹੱਸਦੇ ਸਾਰੇ। ਧਰਾ ਸਰੀਰ ਹਿਤ ਦੰਬ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਧਰਾ ਸਰੀਰ ਦੰਬ ਮਾਨ ਕੋ ਨਿਕੰਦਨ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਆ ਸਰੀਰ ਧਾਰਨ ਕੀਤਾ ਹੈ ਪਖੰਡ ਤੇ ਹੰਕਾਰ ਨੂੰ ਕੱਟਣ ਵਾਸਤੇ, ਖਤਮ ਕਰਨ ਵਾਸਤੇ। ਸੰਤੋਖ ਸਿੰਘ ਬੰਦ ਦੋ ਕਰੀ। ਮੈਂ ਭਾਈ ਸੰਤੋਖ ਸਿੰਘ ਕਵੀ ਜੀ, ਸਾਧ ਸੰਗਤ ਜੀ ਦੋਵੇਂ ਆਪਣੇ ਹੱਥਾਂ ਨੂੰ ਬੰਨ੍ਹ ਕਰਕੇ ਜੋੜ ਕਰਕੇ ਮੁਕੰਦ ਬੰਦਨਾ, ਗੁਰੂ ਨਾਨਕ ਸਾਹਿਬ ਜੋ ਮੁਕਤੀ ਦਾਤੇ ਹੈ ਉਹਨਾਂ ਦੇ ਮੈਂ ਚਰਨਾਂ ਤੇ ਬੇਅੰਤ ਕਰੋੜਾਨ ਕਰੋੜ ਵਾਰ ਨਮਸਕਾਰਾਂ ਕਰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੇਰੀ ਤੁਹਾਡੇ ਚਰਨਾਂ ਤੇ ਨਮਸਕਾਰ ਹੈ, ਮੱਥਾ ਟੇਕਦਾ ਮਹਾਰਾਜ, ਡੰਡੌਤ ਬੰਦਨਾ ਕਰਦਾ ਹਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਹੱਥ ਜੋੜ ਕਰਕੇ ਮੈਂ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਉਹਦੇ ਨਮਸਕਾਰ ਕਰਕੇ ਇਹ ਜਿਹੜਾ ਪ੍ਰਸੰਗ ਇੱਥੇ ਪ੍ਰਸੰਗ ਦੀ ਸਮਾਪਤੀ ਵੀ ਕਰਦਾ ਹਾਂ। ਗੁਰੂ ਮਹਾਰਾਜ ਮੇਰੇ 'ਤੇ ਕਿਰਪਾ ਕਰਨ, ਗੁਰੂ ਜੀ ਦਾ ਮੈਂ ਹੋਰ ਇਤਿਹਾਸ ਲਿਖ ਸਕਾਂ। ਇਵੇਂ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਇਹ ਸਾਧ ਸੰਗਤ ਜੀ ਪ੍ਰਸੰਗ ਲਿਖਿਆ ਹੈ ਤੇ ਇੱਥੇ ਪੂਰਨ ਕੀਤਾ ਹੈ। ਜੋ ਭਾਈ ਬਾਲੇ ਦੀ ਵਾਲੀ ਜਨਮ ਸਾਖੀ ਹੈ ਉਹਦਾ ਲੱਥਾ ਜੋ ਕੀਤਾ ਇੱਥੇ ਸਮਾਪਤ ਕੀਤਾ ਹੈ। ਇੱਥੇ ਸਪਤ ਸ਼ਲੋਕੀ ਗੀਤਾ ਦੇ ਜਿਹੜੇ ਉਹ ਇੱਕ ਇਸ਼ਾਰੇ ਮਾਤਰ ਜਿਹੜਾ ਹੈ ਜ਼ਿਕਰ ਆਇਆ ਹੈ, ਪਰ ਜਿਹੜੀ ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਭਾਈ ਮਣੀ ਸਿੰਘ ਜੀ ਨੇ ਲਿਖੀ ਹੈ, ਉਹਦੇ ਵਿੱਚ ਭਾਈ ਮਣੀ ਸਿੰਘ ਜੀ ਨੇ ਉਹ 7 ਸ਼ਲੋਕ ਵੀ ਲਿਖੇ ਹੋਏ ਹੈ ਜਿਹੜੇ ਸੰਸਕ੍ਰਿਤ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਉੱਥੇ ਉਮਰ ਇਵੇਂ ਥੋੜ੍ਹਾ ਪ੍ਰਸੰਗ ਆ ਜਾਂਦਾ ਕਿ ਗੁਰੂ ਸਾਹਿਬ ਜੀ ਇੱਕ ਦਿਨ ਹੱਥਾਂ ਵਿੱਚ ਉਹ ਕਾਗਜ਼ ਖਾਲੀ ਲੈ ਕੇ ਤੇ ਇਵੇਂ ਉਹ ਜਿਵੇਂ ਕੋਈ ਪੰਡਿਤ ਪੜ੍ਹਦਾ ਹੋਵੇ ਇਵੇਂ ਪੜ੍ਹੀ ਜਾਂਦੇ ਆ ਤੇ ਉਹ ਕਾਗਜ਼ਾਂ ਜਿਹਨੂੰ ਫੋਲੀ ਜਾਂਦੇ ਹੈ ਵੇਖਣ 'ਚ ਕਾਗਜ਼ ਖਾਲੀ ਹੋ। ਬਾਬਾ ਕਲਿਆਣ ਚੰਦ ਜੀ ਆ ਗਏ, ਕਹਿਣ ਲੱਗੇ ਪੁੱਤਰ ਜੀ ਇਹ ਤੁਸੀਂ ਕਿਹੋ ਜਿਹੀ ਖੇਡ ਖੇਡ ਰਹੇ ਹੋ? ਹੱਸ ਕੇ ਕਹਿੰਦੇ ਖਾਲੀ ਕਾਗਜ਼ ਵੇਖੀ ਜਾ ਰਹੇ ਹੋ। ਪੁੱਤਰ ਇਹ ਕੀ ਖੇਡ ਰਹੇ ਹੋ? ਕੀ ਬੱਚਿਆਂ ਨੂੰ ਸੁਣਾ ਰਹੇ ਹੋ? ਬੱਚੇ ਵੀ ਬੜੇ ਚੁੱਪ ਕੀਤੇ ਬੈਠੇ ਹੋਏ ਆ, ਤੁਸੀਂ ਵੀ ਬੜਾ ਪ੍ਰੇਮ ਕਰਕੇ ਪੜ੍ਹ ਰਹੇ ਹੋ, ਧਿਆਨ ਬੜਾ ਲਾਇਆ ਹੋਇਆ ਹੈ ਤੇ ਇਹਦੇ ਵਿੱਚ ਕੁਝ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਿਤਾ ਜੀ ਅਸੀਂ ਤੇ ਸਪਤ ਸ਼ਲੋਕੀ ਗੀਤਾ ਪੜ੍ਹ ਰਹੇ ਹਾਂ ਤੇ ਅਰਥ ਸੁਣਾ ਰਹੇ ਹਾਂ। ਬਾਬਾ ਕਲਿਆਣ ਚੰਦ ਜੀ ਸੁਣ ਕੇ ਹੈਰਾਨ ਹੋ ਗਏ, ਕਹਿੰਦੇ ਪੁੱਤਰ ਜੀ ਸਪਤ ਸ਼ਲੋਕੀ ਗੀਤਾ, ਪਹਿਲਾਂ ਤੇ ਇਹ ਹੈਰਾਨ ਹੋ ਗਏ ਵੀ ਇਹ ਸੁਣਿਆ ਕਿੱਥੋਂ ਹੈ ਨਾਮ, ਫਿਰ ਇਹ ਹੈਰਾਨ ਹੋ ਗਏ ਵੀ ਇਹ ਕਹਿੰਦੇ ਪੜ੍ਹ ਰਹੇ ਹਾਂ। ਇਹਦੇ ਵਿੱਚ ਪ੍ਰਸੰਗ ਵੇਖੋ ਆ ਹੀ ਗਿਆ ਕਿ ਅਚਰਜ ਹੋਏ ਤੇ ਸੋਚਿਆ ਵੀ ਚਾਹਨਾ ਜਾਗੀ ਹੈ ਵੀ ਪੁੱਛੀਏ ਤੇ ਸਹੀ ਕਿਤੇ ਝੂਠ ਬੋਲ ਰਹੇ ਕਿ ਸੱਚ ਬੋਲ ਰਹੇ ਸਾਡੇ ਸੁਪੁੱਤਰ। ਫਿਰ ਕਹਿਣ ਲੱਗੇ ਪੁੱਤਰ ਜੀ ਜੇ ਤੁਸਾਂ ਨੇ ਇਹ ਸਪਤ ਸ਼ਲੋਕੀ ਗੀਤਾ ਪੜ੍ਹ ਰਹੇ ਹੋ ਤੇ ਸਾਨੂੰ ਵੀ ਇਹਦੇ ਜਿਹੜੇ ਹੈ ਪਾਠ ਕਰਕੇ ਸੁਣਾਓ ਤੇ ਅਰਥ ਸੁਣਾਓ। ਉੱਥੇ ਭਾਈ ਮਣੀ ਸਿੰਘ ਦੀ ਜਿਹੜੀ ਸਾਖੀ ਹੈ ਉਹਦੇ ਵਿੱਚ ਜਿਹੜੇ ਸ਼ਲੋਕ ਲਿਖੇ ਹੈ ਉਹ ਥੋੜ੍ਹੇ ਲਿਖਣ ਵਿੱਚ ਉਹ ਗਲਤੀ ਹੈ, ਭਾਵ ਉਹ ਛਾਪੇ ਵਿੱਚ ਗਲਤੀ ਹੈ, ਪਰ ਜਿਹੜੇ ਸੰਸਕ੍ਰਿਤ ਵਿੱਚ ਅਸਲੀ ਰੂਪ ਵਿੱਚ ਜਿਹੜੇ ਉਹ 7 ਸ਼ਲੋਕ ਹੈ। ਉਹ 7 ਸ਼ਲੋਕ ਇਵੇਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪਿਤਾ ਜੀ ਅਸੀਂ ਸਪਤ ਸ਼ਲੋਕੀ ਗੀਤਾ ਪੜ੍ਹਦੇ ਹਾਂ, ਤੁਸੀਂ ਸੁਣੋ। ਫਿਰ ਉਹ ਪੜ੍ਹਨਾ ਸ਼ੁਰੂ ਕੀਤਾ ਹੈ। ਓਮ ਮਿੱਤੇ ਕਾਸ਼ਰਮ ਬ੍ਰਹਮ ਵਿਆਹਰਣ ਮਾਮਨੂ ਸਮਰਨ यहाँ पर याति तजन देह सा याति परमाम गतम
ਸਥਾਨੇ ਹਰਿਸ਼ੀਕੇਸ਼ ਤਾ ਪ੍ਰਕੀਰਤਿਆ ਜਗਤ ਪਰਹਿਸ਼ਿਆ ਤਨੂ ਰਜਯਤੇ ਚ ਰਛਾਂਸੀ ਪੀਤਾਨ ਦਿਸ਼ੋ ਦਰਵੰਤੀ ਸਰਵੇ ਨਮਸਯੰਤੀ ਚਾ ਸਿੱਧ ਸੰਗਾਹ ਸਰਵਤ ਹੈ ਪਾਨੀ ਪਾਦਮ ਤਤ ਸਰਵੋ ਤੋ ਸ਼ਿਸ਼ੀਰੋ ਮੁਖਮ ਸਰਵਤ ਹੈ ਸ਼ਰੁਤੀ ਮੱਲੋਕੇ ਸਰਵਮਾ ਵ੍ਰਿਤੇ ਤਿਸ਼ਠਤੀ ਕਵਮ ਪੁਰਾਣ ਮਨੁਸ਼ਾਸੀ ਤਾਰ ਮਨੋਰਣੀਯਸ ਸਮਨੂ ਸਮਰਿਦਯ ਸਰਵस्य ਦਾਤਾਰ ਮਚਿੰਤਯ ਰੂਪਮਾ ਅਦਿਤਯ ਵਰਣਮ ਤਮਸਹ ਪ੍ਰਸਤਾਨ ਊਰਦਵ ਮੂਲਮਧ ਸਾਖਮਸਵਥਮ ਪ੍ਰਾਹੁਰਵਯਮ ਛੰਦਾਸੀ ਯਸ ਪਰਣਾਨੀ ਯਸਤਮ ਵੇਦ ਸਾ ਵੇਦਵਿਤ ਸਰਵस्य ਚਮ ਹ੍ਰਿਦੇ ਸਨੇ ਨਿਵਿਸ਼ਟੋ ਮਤ ਹੈ ਸਮ੍ਰਿਤੀ ਗਿਆਨਮ ਪੋਹਨਮ ਚ वेदैश्च सर्वैरहमेव वेद्यो वेदांत कृद्वे दवि देव चाहम मन मना भव मद भक्तो मद्या जीमा नमस्करु माँ मे वैश्यसी जुगत वैव मातमानम मत परायण है। ये 7 श्लोक गुरु नानक साहब जी ने उस वक्त पढ़े हैं। 7 श्लोक ਜਦੋਂ ਪੜ੍ਹੇ ਹੈ ਬਾਬਾ ਕਲਿਆਣ ਚੰਦ ਜੀ ਉੱਥੇ ਅਚਰਜ ਹੋ ਗਏ ਹੈ। ਇਹ ਸੁਣਨ ਵਿੱਚ ਵੇਖ ਲਓ ਕਿੰਨੇ ਕਠਿਨ ਹੈ। ਸੰਸਕ੍ਰਿਤ ਸ਼ਲੋਕ ਹੈ। ਇਹ ਜਿਹੜੀ ਪੜ੍ਹਾਈ ਹੈ ਸਾਰੀ ਉਮਰ ਲੰਘ ਜਾਂਦੀ ਫਿਰ ਵੀ ਪੜ੍ਹਨੀ ਨਹੀਂ ਆਉਂਦੀ ਹੈ। ਸੰਸਕ੍ਰਿਤ ਪੜ੍ਹਨ ਲੱਗੇ ਹਾਂ। ਗੁਰੂ ਨਾਨਕ ਸਾਹਿਬ ਜੀ ਤੇ ਹੁਣ ਕਿਤੋਂ ਪੜ੍ਹੇ ਨਹੀਂ ਹੈ। ਮਹਾਰਾਜ ਜੀ ਦੇ ਅੰਦਰ ਹੀ ਵਿਦਿਆ ਹੈ। ਜਦੋਂ ਇਹ ਸ਼ਲੋਕ ਪੜ੍ਹਿਆ ਹੈ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਪੁੱਤਰ ਜੀ ਤੁਸਾਂ ਨੇ ਸ਼ਲੋਕ ਪੜ੍ਹ ਦਿੱਤੇ ਤੁਸੀਂ ਅਰਥ ਵੀ ਸੁਣਾ ਦਿਓ। ਫਿਰ ਗੁਰੂ ਸਾਹਿਬ ਜੀ ਨੇ ਸ਼ਲੋਕ ਪੜ੍ਹਿਆ ਪਹਿਲਾ ਉਹ ਮਿੱਤਯ ਕਾਸ਼ਰਮ ਭ੍ਰਮ ਵਿਆਹਰਣ ਮਾਮਨੂ ਸਮਰਨ ਯਹ ਪ੍ਰਯਾਤੀ ਤਜੰਦੇਹ ਸਯਾਤੀ ਪਰਮਾਮ ਗਤਮ। ਇਹ ਪੜ੍ਹ ਕੇ ਤੇ ਇਹਦਾ ਅਰਥ ਸੁਣਾਇਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿ ਪਿਤਾ ਜੀ ਗੁਰੂ ਇਹ ਜਿਹੜੀ ਸਪਤ ਸ਼ਲੋਕੀ ਗੀਤਾ ਦਾ ਪਾਠ ਹੈ ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਕਹਿ ਰਹੇ ਹੈ ਕਿ ਹੇ ਅਰਜਨ ਜੋ ਓਅੰਕਾਰ ਹੈ ਓਅੰਕਾਰ ਜਿਹੜਾ ਇੱਕ ਅੱਖਰ ਹੈ ਸੋ ਬ੍ਰਹਮ ਹੈ। ਓਅੰਕਾਰ ਬ੍ਰਹਮਾ ਉਤਪਤ ਗੁਰਬਾਣੀ 'ਚ ਬਚਨ ਹੈ। ਇੱਕ ਓਅੰਕਾਰ ਜਿਹਨੂੰ ਕਹਿੰਦੇ ਆਪਾਂ। ਕ੍ਰਿਸ਼ਨ ਭਗਵਾਨ ਅਰਜਨ ਨੂੰ ਕਹਿੰਦੇ ਹੇ ਅਰਜਨ ਜਿਹੜਾ ਓਅੰਕਾਰ ਅੱਖਰ ਹੈ ਸੋ ਬ੍ਰਹਮ ਹੈ ਉਹ ਪਰਮੇਸ਼ਰ ਹੈ ਜੋ ਇਸ ਨੂੰ ਉਚਾਰਨ ਕਰਦਾ ਹੈ ਮੇਰਾ ਧਿਆਨ ਕਰਦਾ ਹੈ ਔਰ ਜੋ ਇਸ ਪ੍ਰਕਾਰ ਸਰੀਰ को त्यागता है सो मुझ पार ब्रह्म को प्राप्त होता है। ਇਹ ਅਰਥ ਕੀਤਾ ਪਹਿਲੇ ਸ਼ਲੋਕ ਦਾ। ਫਿਰ ਦੂਸਰੇ ਸ਼ਲੋਕ ਦਾ ਅਰਥ ਕੀਤਾ ਸਥਾਨੇ ਹਰਿਸ਼ੀਕੇਸ਼ ਤਵ ਪ੍ਰਕੀਰਤਿਆ ਜਗਤ ਪਰਹਿਸ਼ਿਆ ਤਨੂ ਰਜਯਤੇ ਚ ਰਛਾਂਸੀ ਪੀਤਾਨ ਦਿਸ਼ੋ ਦਰਵੰਤੀ ਸਰਵੇ ਨਮਸਯੰਤੀ ਚਾ ਸਿੱਧ ਸੰਗਾਹ। ਜਦੋਂ ਦੂਸਰਾ ਸ਼ਲੋਕ ਇਹ ਪੜ੍ਹਿਆ ਹੈ ਤੇ ਗੁਰੂ ਸਾਹਿਬ ਜੀ ਨੇ ਇਹਦਾ ਅਰਥ ਕੀਤਾ ਕਿ ਪਿਤਾ ਜੀ ਕ੍ਰਿਸ਼ਨ ਭਗਵਾਨ ਕਹਿੰਦੇ ਹੈ ਇਹ ਦੂਸਰੇ ਸ਼ਲੋਕ ਦੇ ਰਾਹੀਂ ਕਿ ਹੇ ਅਰਜਨ ਜਿਸ ਅਸਥਾਨ ਵਿੱਚ ਮੇਰਾ ਕਥਾ ਕੀਰਤਨ ਹੁੰਦਾ ਹੈ ਉਸ ਥਾਂ ਦੀ ਮੈਂ ਰੱਖਿਆ ਕਰਦਾ ਹਾਂ ਉਹਨਾਂ ਦੀ ਜਿਹੜੇ ਕਥਾ ਕੀਰਤਨ ਸੁਣਦੇ ਹੈ ਔਰ ਜਿਹੜੇ ਰਾਖਸ਼ ਹੈ ਦੈਂਤ ਹੈ ਵੈਰੀ ਹੈ ਉਹ ਉਸ ਕੀਰਤਨ ਕਥਾ ਦੇ ਭੈ ਨਾ ਮੰਨ ਕੇ ਭੱਜ ਜਾਂਦੇ ਹੈ ਔਰ ਸਿੱਧ ਸਾਧਕ ਰਿਸ਼ੀ ਮੁਨੀ ਸਾਰੇ ਨਮਸਕਾਰ ਕਰਦੇ ਹੈ। ਇਹ ਦੂਸਰਾ ਅਰਥ ਸੁਣਾਇਆ। ਫਿਰ ਤੀਸਰੇ ਦਾ ਅਰਥ ਸੁਣਾਇਆ
ਸਰਵਤ ਹੈ ਪਾਣੀ ਪਾਦਮ ਤਤ ਸਰਵ ਤੋ ਸਿਸ਼ੀਰੋ ਮੁਖਮ ਸਰਵਤ ਹੈ ਸ਼ਰੁਤੀ ਮਲ ਲੋਕੇ ਸਰਵਮਾ ਵ੍ਰਿਤੇ ਤਿਸ਼ਠਤੀ। ਇਹਦਾ ਅਰਥ ਕੀਤਾ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਤੀਸਰੇ ਸ਼ਲੋਕ ਦਾ। ਉਹ ਕੀ ਅਰਥ ਕੀਤਾ ਕਿ ਹੇ ਪਿਤਾ ਜੀ, ਗੁਰੂ ਪਿਤਾ ਜੀ ਕ੍ਰਿਸ਼ਨ ਭਗਵਾਨ ਕਹਿੰਦੇ ਆ, ਹੇ ਅਰਜਨ ਵੇਖ ਇਹ ਜਿਹੜਾ ਵਿਰਾਟ ਰੂਪ ਹੈ ਸਾਡਾ, ਇਹ ਵਿਰਾਟ ਸਰੂਪ ਜਿਹੜਾ ਹੈ ਇਹ ਕੀ ਹੈ? ਬ੍ਰਿਸ਼ ਹੈ। ਕਿਆ ਹੈ ਅਰਜਨ? ਸਾਰੇ ਹੱਥ ਮੇਰੇ ਹੈ। ਇਹ ਜਿੰਨੇ ਤੂੰ ਹੱਥ ਵੇਖ ਰਿਹਾ ਸਾਰੇ ਮੇਰੇ ਹੱਥ ਹੈ। ਸਾਰੇ ਜਿੰਨੇ ਤੂੰ ਚਰਨ ਵੇਖ ਰਿਹਾ ਮੇਰੇ ਹੈ ਚਰਨ ਹੈ। ਜਿੰਨੀਆਂ ਤੂੰ ਅਰਜਨ ਅੱਖਾਂ ਵੇਖ ਰਿਹਾ ਸਾਰੇ ਮੇਰੇ ਅੱਖਾਂ ਹੈ। ਜਿੰਨੇ ਤੂੰ ਕੰਨ ਵੇਖ ਰਿਹਾ ਸਾਰੇ ਮੇਰੇ ਕੰਨ ਹੈ। ਜਿੰਨੇ ਜੀਵ ਤੁਰੇ ਫਿਰ ਰਹੇ ਸਾਰਿਆਂ 'ਚ ਚੇਤਨਤਾ ਮੇਰੀ ਹੈ। ਮੇਰੀ ਚੇਤਨਤਾ ਕਰਕੇ ਚੱਲ ਰਹੇ ਹੈ, ਕਿਉਂਕਿ ਕ੍ਰਿਸ਼ਨ ਭਗਵਾਨ ਆਪਣੀ ਜਿਹੜੀ ਅੰਦਰ ਚੇਤਨਤਾ ਹੈ ਉਹ ਬ੍ਰਹਮ ਨੂੰ ਜਾਣ ਕੇ ਇਹ ਕੁਝ ਕਹਿ ਰਹੇ ਹੈ ਅਰਜਨ ਨੂੰ। 3 ਸ਼ਲੋਕ ਇਹ ਸੁਣਾਏ। ਫਿਰ ਚੌਥਾ ਜਿਹੜਾ ਉਚਾਰਨ ਕੀਤਾ, ਕਵੀ ਪੁਰਾਣ ਮਨੁ ਸ਼ਾਸੀ ਤਾਰ ਮਨੋਰਣੀਆ ਸਮਨੂ ਸਮਰੇਧਿਆ ਸਰਵਸ ਦਾਤ ਮਚਿੰਤਯ ਰੂਪ ਮਾ ਦਿੱਤਿਆ ਵਰਣਉ ਤਮਸੇ ਪ੍ਰਸਥਾਨ। ਚੌਥੇ ਦਾ ਅਰਥ ਕੀਤਾ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿ ਪਿਤਾ ਜੀ ਸੁਣੋ, ਕ੍ਰਿਸ਼ਨ ਭਗਵਾਨ ਚੌਥੇ ਸ਼ਲੋਕ ਵਿੱਚ ਕਹਿ ਰਹੇ ਹੈ ਕਿ ਹੇ ਅਰਜਨ ਮੈਂ ਜੋ ਹਾਂ ਸੋ ਚੇਤਨ ਹੂੰ, ਪੁਰਾਤਨ ਹਾਂ, ਸਭ ਤੋਂ ਅਨਾਦਿ ਪਹਿਲਾ ਹਾਂ, ਸੂਖਮ ਤੋਂ ਸੂਖਮ ਹਾਂ। ਇਸ ਕਰਕੇ ਮੇਰੇ ਸਿਮਰਤ ਮੇਰਾ ਜਿਹੜਾ ਸਿਮਰਨ ਹੈ, ਜੋ ਮੇਰਾ ਸਿਮਰਨ ਕਰਦੇ ਹੈ ਉਹ ਸਾਰਿਆਂ ਦਾ ਮੈਂ ਆਧਾਰ ਹੋ ਕੇ ਨਿਸ਼ਚਿਤ ਰੂਪ ਹੋ ਕੇ ਸੂਰਜ ਦੀ ਨਿਆਈ ਪ੍ਰਕਾਸ਼ ਰੂਪ ਹਾਂ ਔਰ ਅਗਿਆਨ ਦੇ ਹਨੇਰੇ ਤੋਂ ਪਰੇ ਹਾਂ। ਇਹ ਚੌਥੇ ਸ਼ਲੋਕ ਦਾ ਅਰਥ ਕੀਤਾ। ਫਿਰ 5ਵਾਂ ਸ਼ਲੋਕ ਉਚਾਰਨ ਕੀਤਾ ਗੁਰੂ ਜੀ ਨੇ ਸੁਣਾਇਆ ਪਿਤਾ ਜੀ ਨੂੰ। ਊਰਦਵਾ ਮੂਲਮ ਦਹਿ ਸਾਖ ਮਸ਼ਵਥਮ ਪ੍ਰਾਹੁਰਵਯਮ ਛੰਦਾਸੀ ਯਸ ਪ੍ਰਣਾਨੀ ਯਸਤਮ ਵੇਦ ਸਾ ਵੇਦ ਵਿਤ। 5ਵੇਂ ਦਾ ਅਰਥ ਕੀਤਾ ਕਿ ਪਿਤਾ ਜੀ ਕ੍ਰਿਸ਼ਨ ਭਗਵਾਨ ਅਰਜਨ ਨੂੰ ਕਹਿੰਦੇ, ਹੈ ਅਰਜਨ ਜਿਹੜਾ ਸਾਡਾ ਇਹ ਵਿਰਾਟ ਸਰੂਪ ਤੈਨੂੰ ਦੱਸਿਆ ਕਿ ਸਾਰੇ ਹੱਥ ਮੇਰੇ ਹੈ, ਸਾਰੇ ਚਰਨ ਮੇਰੇ ਹੈ, ਜਿਹੜੇ ਤੂੰ ਵੇਖ ਰਿਹਾ ਹੈ ਇਹ ਇੱਕ ਬ੍ਰਿਸ਼ ਹੈ। ਔਰ ਜੋ ਬੈਕੁੰਠ ਹੈ ਇਹਦਾ ਉੱਚਾ ਸਿਰ ਹੈ। ਇਹ ਬ੍ਰਿਸ਼ ਦਾ ਜਿਹੜਾ ਥੱਲੇ ਦੀਆਂ ਪੁਰੀਆਂ ਹੈ, ਬੈਕੁੰਠ ਤੋਂ ਥੱਲੇ ਜਿੰਨੇ ਬੈਕੁੰਠ ਤੋਂ ਥੱਲੇ ਆਕਾਸ਼ ਧਰਤੀ ਪਤਾਲ ਆ ਰਹੇ ਹੈ, ਇਹ ਕੀ ਹੈ? ਵਿਰਾਟ ਸਰੂਪ ਦੇ ਡਾਲਾਂ ਹੈ। ਜਿਵੇਂ ਰੁੱਖ ਦੀਆਂ ਡਾਲਾਂ ਸਾਖੀਆਂ ਟਾਹਣੀਆਂ ਹੁੰਦੀਆਂ, ਇਹ ਡਾਲਾਂ ਹੈ। ਵੇਦ ਜਿਹੜੇ ਪੜ੍ਹਦੇ ਹੈ ਅਗਿਆਨੀ ਲੋਕ ਉਹ ਚਲਾਏਮਾਨ ਹੈ, ਔਰ ਅਗਿਆਨੀ ਇਸ ਵਿਰਾਟ ਸਰੂਪ ਨੂੰ ਸਤ ਕਹਿੰਦੇ ਆ ਕਿ ਸਦਾ ਰਹਿਣ ਵਾਲਾ ਹੈ। ਪਰ ਜਿਹੜੇ ਵਿਦਾਂਤੀ ਹੈ, ਜਿਹੜਾ ਵੇਦ ਦਾ ਅਰਥ ਹੈ, ਅਸਲੀ ਗਿਆਨ ਹੈ, ਉਹ ਗਿਆਨੀ ਲੋਕ ਇਸ ਵਿਰਾਟ ਸਰੂਪ ਨੂੰ, ਇਸ ਜਗਤ ਨੂੰ ਅਸਤ ਜਾਣਦੇ ਆ। ਉਹੀ ਸੋਧੀ ਵੇਦਾਂ ਦਾ ਵੇਤਾ ਹੈ, ਬ੍ਰਹਮ ਗਿਆਨੀ ਹੈ, ਉਹ ਵੇਦਾਂ ਨੂੰ ਜਾਣਨ ਵਾਲਾ ਹੈ। 6ਵਾਂ ਸ਼ਲੋਕ ਉਚਾਰਨ ਕੀਤਾ, ਸਰਵਸੈ ਚਹਮ ਹਿਰਦੇ ਸੰਨੇ ਨਿਵਿਸ਼ਟੋ ਮਤ ਹੈ ਸਮ੍ਰਿਤੀ ਗਿਆਨਮ ਪੋਹਨਮ ਚ ਵੇਦੈਸਚ ਸਰਵੇ ਰਹਿਮੇਵ ਵੇਦਿਓ ਵੇਦਾਂਤ ਕ੍ਰਿਦਵੇ ਦਵੀ ਦੇਵ ਚਾਹਮ। 6ਵੇਂ ਦਾ ਅਰਥ ਕੀਤਾ ਕਿ ਪਿਤਾ ਜੀ ਕ੍ਰਿਸ਼ਨ ਭਗਵਾਨ ਕਹਿ ਰਹੇ ਅਰਜਨ ਨੂੰ ਕਿ ਸੁਣ ਅਰਜਨ, ਸਾਰਿਆਂ ਦੇ ਹਿਰਦੇ ਵਿੱਚ ਮੈਂ ਅੰਤਰਜਾਮੀ ਹੋ ਕੇ ਨਿਵਾਸ ਕਰ ਰਿਹਾ ਹਾਂ, ਔਰ ਮੁਝ ਕੋ ਗਿਆਨ ਕਰਕੇ ਜੋ ਸਿਮਰਤੇ ਹੈ ਵੇਦ ਪੀ ਸਭੇ ਮੁਝੇ ਹੀ, ਮੈਨੂੰ ਹੀ ਜਣਾਉਂਦੇ ਹੈ। ਵੇਦਾਂ ਦਾ ਅੰਤ ਜੋ ਸਤ ਰੂਪ ਹੈ। ਵੇਦ ਦਾ ਅੰਤ ਕੀ ਹੈ? ਅਸਲ ਵਿੱਚ ਵੇਦ ਦਾ ਅੰਤ ਕੀ ਹੈ ਕਿ ਤੇਰੀ ਆਤਮਾ ਪਰਮੇਸ਼ਰ ਦਾ ਰੂਪ ਹੈ। ਉਹਦੇ ਵਿੱਚ ਆਤਮਾ ਦਾ ਹੀ ਸਾਰਾ ਗਿਆਨ ਹੈ, ਅਤੇ ਉਹ ਆਤਮਾ ਕੀ ਹੈ? ਸਤ ਹੈ। ਵੇਦਾਂ ਦਾ ਜੋ ਅੰਤ ਹੈ ਉਹ ਸਤ ਰੂਪ ਹੈ।
ਇਸ ਕਰਕੇ ਅੰਤ ਨੂੰ ਕ੍ਰਿਸ਼ਨ ਭਗਵਾਨ ਕਹਿੰਦੇ ਜੋ ਮੇਰਾ ਅੰਤ ਹੈ ਨਾ ਵੇਦਾਂ ਵਿੱਚ ਸਤਿਰੂਪ ਉਹੀ ਜਣਾਉਂਦੇ ਹੈ। ਫਿਰ ਸਤਵਾਂ ਅਰਥ ਸਤਵਾਂ ਸ਼ਲੋਕ ਪੜਿਆ। ਮਨ ਮਨਾ ਭਵ ਮਦ ਭਗਤੋ ਮਧਿਆ ਜੀ ਮਾਂ ਨਮਸਕੁਰੂ ਮਾਂ ਮੇ ਵੈਸ਼ਯਸੀ ਜੁਗਤ ਵੈਵ ਮਾਤ ਮਾਨਵ ਮਤ ਪਰਾਇਣ ਹੈ। ਇਹ ਸਤਵਾਂ ਸ਼ਲੋਕ ਪੜ੍ਹ ਕੇ ਅਰਥ ਸੁਣਾਇਆ ਕਿ ਕ੍ਰਿਸ਼ਨ ਕਹਿੰਦੇ ਅਰਜਨ ਸੋ ਤੂੰ ਮੇਰੇ ਹੀ ਮੰਨਣ ਵਾਲਾ ਹੋ, ਮੈਨੂੰ ਹੀ ਤੂੰ ਮੰਨ, ਮੇਰਾ ਹੀ ਭਗਤ ਹੋ, ਮੇਰੇ ਹੀ ਜਾਚਕ, ਮੇਰੇ ਕੋ ਮੰਗਣ ਵਾਲਾ ਹੋ ਔਰ ਮੈਨੂੰ ਹੀ ਤੂੰ ਨਮਸਕਾਰ ਕਰ, ਮੈਨੂੰ ਹੀ ਚਾਰੇ ਪਾਸੇ ਦੇਖ, ਮੇਰੇ ਨਾਲ ਜੁੜ ਔਰ ਮੈਨੂੰ ਹੀ ਮੰਨ, ਮੇਰੇ ਹੀ ਆਸਰੇ ਹੋ, ਮੈਨੇ ਆਸਰੇ ਹੋ। ਇੱਕ ਸਾਰੀ ਗੱਲ ਕਿਉਂ ਕ੍ਰਿਸ਼ਨ ਭਗਵਾਨ ਨੇ ਕਹੀ ਹੈ, ਇਹ ਸਾਧ ਸੰਗਤ ਜੀ ਅਸੀਂ ਕੁਝ ਸਮਝ ਸਕਦੇ ਹਾਂ। ਇਹ ਕਹਿਣ ਦਾ ਮਤਲਬ ਹੈ ਉਹ ਪਰਮੇਸ਼ਰ ਦੇ ਜੀਵ ਵਿੱਚ ਵਸ ਰਿਹਾ ਹੈ। ਜੀਵ ਦਾ ਜਿਹੜਾ ਆਤਮਾ ਹੈ ਉਹ ਸਤ ਚੇਤਨ ਆਨੰਦ ਸਰੂਪ ਹੈ, ਉਹ ਪਰਮੇਸ਼ਰ ਦਾ ਰੂਪ ਹੈ। ਆਤਮਾ ਪਰਮਾਤਮਾ ਇੱਕ ਹੈ। ਉਹ ਆਤਮਾ ਨੂੰ ਸਤ ਜਾਣਨਾ ਹੈ। ਕ੍ਰਿਸ਼ਨ ਭਗਵਾਨ ਆਪਣੀ ਆਤਮਾ ਨੂੰ ਪਰਮੇਸ਼ਰ ਦਾ ਰੂਪ ਮੰਨਦੇ ਤਾਂ ਕਹਿੰਦੇ ਕਿ ਮੈਨੂੰ ਹੀ ਤੂੰ ਜਾਣ। ਇਹ ਤਾਂ ਨਹੀਂ ਕਹਿੰਦੇ ਵੀ ਮੇਰੇ ਸਰੀਰ ਨੂੰ ਤੂੰ ਜਾਣ। ਆਤਮਾ ਕਰਕੇ ਅਰਜਨ ਨੂੰ ਸਿੱਖਿਆ ਦਿੱਤੀ। ਇਹ 7 ਸ਼ਲੋਕਾਂ ਨੂੰ ਸਾਧ ਸੰਗਤ ਜੀ ਸਪਤ ਸ਼ਲੋਕੀ ਗੀਤਾ ਕਿਹਾ ਜਾਂਦਾ ਹੈ, ਕਿਉਂਕਿ ਇਹ ਕਥਾ ਬੜੇ ਸਮੇਂ ਤੋਂ ਚੱਲਦੀ ਆ ਰਹੀ ਹੈ। ਬੜੇ ਵਿਦਵਾਨਾਂ ਨੇ ਵੀ ਕਥਾ ਕੀਤੀ ਹੈ। ਮਾਤੜ ਕੋਈ ਆਪਣਾ ਆਪ ਨਹੀਂ ਜਣਾ ਰਿਹਾ ਜਾਂ ਵੀ ਸਿੱਖਿਆ ਦੇ ਰਿਹਾ, ਕੁਝ ਸਮਝਾ ਰਿਹਾ ਵੀ ਮੈਂ ਖੋਜ ਕੱਢੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਸ਼ਬਦ ਦਾ ਅਰਥ ਸਤ ਵੀ ਹੁੰਦਾ ਹੈ, ਸ਼ਬਦ ਦਾ ਅਰਥ 100 ਵੀ ਹੁੰਦਾ ਹੈ। ਉਹਦੇ ਕਰਕੇ ਉਹ 100 ਸ਼ਲੋਕੀ ਗੀਤਾ ਲਾ ਲੈਂਦੇ, ਕਿਉਂਕਿ ਜਿਹੜੀ ਸੰਸਕ੍ਰਿਤ ਉਹ ਆਪਾਂ ਪੜ੍ਹੀ ਨਹੀਂ ਹੈ। ਸ਼੍ਰੀਮਦ ਭਾਗਵਤ ਗੀਤਾ ਨਹੀਂ ਪੜ੍ਹੀ ਹੈ, ਨਿਰਮਲੇ ਸੰਤ ਪੜ੍ਹਦੇ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਉਹ ਸ਼ਬਦ ਸ਼ਲੋਕੀ ਗੀਤਾ ਇੱਥੇ ਇਹਦੀ ਸਮਾਪਤੀ ਹੁੰਦੀ ਹੈ। ਅਤੇ ਵੇਖੋ ਜਦੋਂ ਗੀਤਾ ਤੁਸੀਂ ਪੜ੍ਹੋਗੇ ਅਤੇ ਸਮਾਪਤੀ 'ਤੇ ਆਉਂਦਾ ਹੈ ਇਤੀ ਸ਼੍ਰੀਮਦ ਭਾਗਵਤ ਗੀਤਾ ਸੁਪਨਿਸ਼ਤਸੂ ਬ੍ਰਹਮ ਵਿਦਿਆਮਾ ਯੋਗ ਸ਼ਾਸਤਰੇ ਸ਼੍ਰੀ ਕ੍ਰਿਸ਼ਨਾ ਅਰਜਨ ਸੰਵਾਦੇ ਸ਼ਬਦ ਸ਼ਲੋਕੀ ਗੀਤਾ ਸੰਪੂਰਨ। ਉਹ ਤਾਂ ਹੀ ਲਿਖਿਆ ਕਿ ਇੱਥੇ ਸ਼ਬਦ ਸ਼ਲੋਕੀ ਗੀਤਾ ਸਮਾਪਤ ਹੁੰਦੀ ਹੈ। ਇਹ 7 ਸ਼ਲੋਕਾਂ ਦੀ ਕਥਾ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਈ ਹੈ। ਜਿਸ 7 ਸ਼ਲੋਕਾਂ ਨੂੰ ਸਾਧ ਸੰਗਤ ਜੀ ਸ਼੍ਰੀਮਦ ਭਾਗਵਤ ਗੀਤਾ ਜੋ ਕ੍ਰਿਸ਼ਨ ਭਗਵਾਨ ਨੇ ਅਰਜਨ ਦੇ ਪ੍ਰਥਾਏ ਉਚਾਰਨ ਕੀਤੀ ਸੀ, ਉਹਦੇ ਵਿੱਚੋਂ 7 ਸ਼ਲੋਕ ਜਿਹੜੇ ਸਾਰ ਰੂਪ ਲੈ ਕੇ ਅਤੇ ਜਿਹਦਾ ਪਾਠ ਹੈ ਉਹਨੂੰ 7 ਸ਼ਲੋਕੀ ਗੀਤਾ ਕਹਿੰਦੇ ਆ। ਪਹਿਲਾ ਜਿਹੜਾ ਸ਼ਲੋਕ ਹੈ ਅਧਿਆਏ 8ਵੇਂ ਚੋਂ 13ਵਾਂ ਸ਼ਲੋਕ ਲਿਆ ਹੈ। ਜਿਹੜਾ ਦੂਸਰਾ ਸ਼ਲੋਕ ਹੈ ਉਹ ਅਧਿਆਏ 11ਵੇਂ ਚੋਂ 36ਵਾਂ ਸ਼ਲੋਕ ਹੈ। ਤੀਸਰਾ ਸ਼ਲੋਕ ਅਧਿਆਏ 13ਵੇਂ ਚੋਂ 14ਵਾਂ ਸ਼ਲੋਕ ਹੈ। ਚੌਥਾ ਸ਼ਲੋਕ ਜਿਹੜਾ ਹੈ ਉਹ ਅਧਿਆਏ 8ਵੇਂ ਚੋਂ 9ਵਾਂ ਸ਼ਲੋਕ ਹੈ। ਪੰਜਵਾਂ ਜਿਹੜਾ ਸ਼ਲੋਕ ਹੈ ਉਹ ਅਧਿਆਏ 15ਵੇਂ ਚੋਂ ਪਹਿਲਾ ਸ਼ਲੋਕ ਹੈ। ਅਤੇ ਜਿਹੜਾ 6ਵਾਂ ਸ਼ਲੋਕ ਹੈ ਉਹ ਅਧਿਆਏ 15ਵੇਂ ਚੋਂ 15ਵਾਂ ਹੀ ਸ਼ਲੋਕ ਹੈ। ਅਤੇ 7ਵਾਂ ਜਿਹੜਾ ਸ਼ਲੋਕ ਹੈ ਅਧਿਆਏ 9ਵੇਂ ਚੋਂ 34ਵਾਂ ਸ਼ਲੋਕ ਹੈ। ਇਵੇਂ 7 ਸ਼ਲੋਕ ਲਏ ਹੈ ਪੂਰੀ ਸ਼੍ਰੀਮਦ ਭਾਗਵਤ ਗੀਤਾ ਵਿੱਚੋਂ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਅਰਥ ਸੁਣਾ ਦਿੱਤੇ, ਬਾਬਾ ਕਲਿਆਣ ਚੰਦ ਹੈਰਾਨ ਹੋ ਗਏ ਅਤੇ ਉਹ ਕਹਿਣ ਲੱਗੇ, ਪੁੱਤਰ ਠੀਕ ਹੈ ਤੂੰ ਸੁਣਾ ਰਿਹਾ ਹੈ, ਇਹ ਤੇਰੇ ਜਿਹੜੇ ਅਰਥ ਹੈ, ਤੇਰੀ ਗੀਤਾ ਕੌਣ ਸੁਣ ਰਿਹਾ ਹੈ ਸਾਡੇ ਤੋਂ ਬਿਨਾਂ? ਤੁਸੀਂ ਤਾਂ ਪਹਿਲਾਂ ਵੀ ਪੜ੍ਹ ਰਹੇ ਸੀ, ਕੌਣ ਸੁਣ ਰਿਹਾ ਹੈ? ਮਹਾਰਾਜ ਕਹਿੰਦੇ, ਪਿਤਾ ਜੀ ਇੱਕ ਵਾਰ ਨੇਤਰ ਬੰਦ ਕਰੋ। ਜਦੋਂ ਨੇਤਰ ਬੰਦ ਕੀਤੇ 33 ਕਰੋੜ ਦੇਵਤੇ ਹੱਥ ਜੋੜ ਕੇ ਬੈਠੇ ਹੋਏ ਹੈ। ਤਪੀਸ਼ਰ ਮੁਨੀਸ਼ਰ 96 ਕਰੋੜ ਦੇਵੀਆਂ ਜੋ ਜੋਗੀ ਸਿੱਧ ਸਾਰੇ ਉੱਤਮ ਪੁਰਖ ਹੱਥ ਜੋੜ ਕੇ ਖਲੋਤੇ ਹੋਏ, ਉਹ ਗੀਤਾ ਸੁਣ ਰਹੇ। ਬਾਬਾ ਕਲਿਆਣ ਚੰਦ ਜੀ ਨੇ ਨੇਤਰ ਬੰਦ ਕੀਤੇ ਹੋਏ ਹੈ। ਉਸ ਵਕਤ ਕਹਿੰਦੇ ਇੰਦਰ ਭਗਵਾਨ ਨੇ ਕਿਹਾ ਹੈ, ਭਾਈ ਮਣੀ ਸਿੰਘ ਜੀ ਨੇ ਤਾਂ ਇਵੇਂ ਲਿਖਿਆ ਕਿ ਮਾਤਾ ਪਿਤਾ ਦੋਵੇਂ ਸਨ। ਕਹਿੰਦੇ ਇੰਦਰ ਦੇਵਤੇ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਜੀ ਇਹਨਾਂ ਨੂੰ ਸਵਰਗ ਵਿੱਚ ਖੜ੍ਹ ਕੇ ਅਤੇ ਇਹਨਾਂ ਦੀ ਸੇਵਾ ਕਰੋ। ਉੱਥੇ ਖੜਿਆ ਹੈ, ਮਨ ਭਾਉਂਦੇ ਪਦਾਰਥਾਂ ਦੇ ਭੋਗ ਕਰਵਾਏ ਹੈ, ਸਭ ਤਰ੍ਹਾਂ ਛਕਾਇਆ। ਕਹਿੰਦੇ 12 ਸਾਲ ਬੀਤ ਗਏ ਉੱਥੇ ਹੀ।
ਉਹ ਆਨੰਦ ਲੈਂਦਿਆਂ ਸਵਰਗ ਨੇ। 12 ਸਾਲ ਬਾਅਦ ਕਿਹਾ ਮਾਤਾ ਪਿਤਾ ਜੀ ਨੇ ਕਿ ਸਾਨੂੰ ਹੁਣ ਗੁਰੂ ਨਾਨਕ ਸਾਹਿਬ ਜੀ ਪਾਸ ਛੱਡ ਕੇ ਆਓ। ਗੁਰੂ ਨਾਨਕ ਸਾਹਿਬ ਜੀ ਕੋ ਜਦੋਂ ਸੇਵਾਦਾਰ ਲੈ ਕੇ ਇੰਦਰ ਦੇਵਤੇ ਦੇ ਮਾਤਾ ਪਿਤਾ ਜੀ ਨੂੰ ਜਦੋਂ ਆ ਗਏ ਧਰਤੀ ਉੱਪਰ, ਉਹ ਆ ਗਏ ਹੈ ਤੇ ਗੁਰੂ ਨਾਨਕ ਸਾਹਿਬ ਜੀ ਹਲੇ ਪਹਿਲਾ ਸ਼ਲੋਕ ਪੜ੍ਹ ਰਹੇ ਆ। ਫਿਰ ਪਹਿਲੇ ਸ਼ਲੋਕ ਦਾ ਹਲੇ ਅਰਥ ਚੱਲ ਰਿਹਾ ਹੈ ਤੇ ਮਾਤਾ ਪਿਤਾ ਜੀ ਕਹਿਣ ਲੱਗੇ, ਪੁੱਤਰ ਜੀ ਸਾਨੂੰ 12 ਸਾਲ ਹੋ ਗਏ ਸਵਰਗ 'ਚ ਗਏ ਹੋਏ ਨੇ, ਤੁਸੀਂ ਅਜੇ ਇੱਕ ਅੱਖਰ ਹੀ ਜਿਹੜਾ ਹਲੇ ਇੱਕ ਸ਼ਲੋਕ ਦਾ ਅਰਥ ਹੀ ਕਰ ਰਹੇ ਹੋ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਮਾਤਾ ਜੀ ਪਰਮੇਸ਼ਰ ਦੀ ਮਾਇਆ ਅਚਰਜ ਹੈ। ਉਹ ਤੇ ਮਾਲਕ ਐਸਾ ਹੈ, ਇੱਕ ਮਨੁੱਖ ਨੂੰ ਇੱਕ ਘੜੀ ਦੇ ਵਿੱਚ ਕਈ ਵਰਸ਼ਾਂ ਦੇ ਭੋਗ ਭੁਗਾ ਦਿੰਦਾ ਹੈ, ਪਰ ਬੰਦੇ ਵਾਸਤੇ ਸਾਲ ਲੱਗਦੇ ਹੈ। ਉਹਦੀ ਮਾਇਆ ਅਚਰਜ ਹੈ। ਫਿਰ ਮਹਾਰਾਜ ਨੇ ਇਵੇਂ ਸੁਚੇਤੇ ਕਰ ਦਿੱਤਾ ਹੈ। ਮਾਤਾ ਪਿਤਾ ਜੀ ਨੇਤਰ ਖੋਲ੍ਹੇ ਹੈ, ਸਾਰੀ ਸੁੱਧ ਬੁੱਧ ਭੁੱਲ ਗਈ ਉਸੇ ਵਕਤ ਹੀ ਵੀ ਇਹ ਸੁਪਨਾ ਸੀ ਕਿ ਸੱਚ ਸੀ। ਸਭ ਕੁਝ ਉਹ ਸ਼ਾਂਤ ਹੋ ਗਿਆ ਹੈ। ਇਵੇਂ ਗੁਰੂ ਨਾਨਕ ਸਾਹਿਬ ਜੀ ਨੇ ਕੌਤਕ ਵਿਖਾਇਆ। ਇਹ ਸ਼ਬਦ ਸ਼ਲੋਕੀ ਗੀਤਾ ਗੁਰੂ ਨਾਨਕ ਸਾਹਿਬ ਜੀ ਨੇ ਸੁਣਾਈ ਹੈ ਸਾਧ ਸੰਗਤ ਜੀ, ਜਿਸ ਨੂੰ ਪੜ੍ਹਨਾ ਬਹੁਤ ਕਠਿਨ ਹੈ, ਜਿਸ ਦੇ ਅਰਥ ਕਰਨੇ ਬਹੁਤ ਕਠਿਨ ਹੈ। ਇਹ ਤੇ ਆਪ ਜੀ ਨੂੰ ਐਵੇਂ ਦੇਖ ਦੂਖ ਕੇ ਪੜ੍ਹ ਕੇ ਸੁਣਾਇਆ ਹੈ। ਇਹਦੇ ਬਿਨਾਂ ਹੋਸ਼ ਹਵਾਸ, ਬਿਨਾਂ ਜਿਹੜਾ ਹੈ ਕਿਤੇ ਦੇਖੇ ਦਿਖਾਏ ਪੜ੍ਹ ਕੇ ਸੁਣਾ ਦੇਣਾ ਬੜਾ ਔਖਾ ਹੈ, ਅਰਥ ਕਰਨੇ ਬੜੇ ਔਖੇ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹਸਤ ਕਮਲਾਂ ਵਿੱਚ ਖਾਲੀ ਕਾਗਜ਼ ਲੈ ਕੇ ਉਹ ਪੜ੍ਹ ਰਹੇ ਸੀ। ਬਾਬਾ ਕਲਿਆਣ ਚੰਦ ਜੀ ਕਾਗਜ਼ਾਂ ਨੂੰ ਵੇਖਦੇ ਹੈ, ਕਾਗਜ਼ਾਂ ਉੱਪਰ ਕੁਝ ਨਹੀਂ ਲਿਖਿਆ ਹੋਇਆ ਹੈ ਤੇ ਉਹ ਸੋਚਦੇ ਵੀ ਇਹ ਨਾਨਕ ਕਿੱਥੋਂ ਪੜ੍ਹੀ ਜਾਂਦੇ ਹੈ। ਇਹ ਸਾਨੂੰ ਤੇ ਅਸੀਂ ਅੱਜ ਇਤਿਹਾਸ ਦੀ ਕਥਾ ਕਰ ਰਹੇ ਹਾਂ, ਸਾਨੂੰ ਤੇ ਹੁਣ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਗੁਰੂ ਸੀ ਉਸ ਵਕਤ, ਪਰ ਮਾਤਾ ਪਿਤਾ ਜੀ ਨੇ ਤੇ ਨਹੀਂ ਪਤਾ ਕਿ ਗੁਰੂ ਜੀ ਗੁਰੂ ਸੀ ਉਸ ਵਕਤ। ਉਹਨਾਂ ਵਾਸਤੇ ਤਾਂ ਹੈਰਾਨੀ ਵਾਲੀ ਗੱਲ ਹੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਐਸਾ ਮਹਾਨ ਕੌਤਕ ਕੀਤਾ ਜੋ ਅਚਰਜ ਕੌਤਕ ਹੈ, ਜਿਸ ਨੂੰ ਸਮਝਣ ਵਾਸਤੇ ਸੋਚਣ ਵਾਸਤੇ ਬੜੀ ਡੂੰਘਾਈ ਮਨ ਦੀ ਚਾਹੀਦੀ ਹੈ, ਬੜੀ ਗੰਭੀਰਤਾ ਚਾਹੀਦੀ ਹੈ। ਗੁਰੂ ਦੇ ਚਰਨਾਂ ਵਿੱਚ ਬੜੀ ਸ਼ਰਧਾ ਚਾਹੀਦੀ ਹੈ ਵੀ ਗੁਰੂ ਜੀ ਦੀ ਕਿੱਡੀ ਵੱਡੀ ਕਰਾਮਾਤ ਹੈ। ਸਾਡੇ ਤੇ ਇਹੀ ਕਹਿੰਦੇ ਜੀ ਗੁਰੂ ਨੇ ਕੋਈ ਕਰਾਮਾਤ ਨਹੀਂ ਵਿਖਾਈ ਹੈ, ਕਰਾਮਾਤ ਤੇ ਕਹਿਰ ਦਾ ਨਾਮ ਹੈ। ਇਹ ਜਿਹੜੇ ਜੀਵਨ ਕੌਤਕ ਗੁਰੂ ਜੀ ਨੇ ਕੀਤੇ ਸਾਰੀਆਂ ਕਰਾਮਾਤਾਂ ਹੀ ਹੈ। ਉਂਝ ਸਾਨੂੰ ਉਹ ਗੱਲ ਇਹ ਵੱਖਰੀ ਵੀ ਬੁੱਧੀ ਦੀ ਘਾਟ ਕਰਕੇ ਉਹ ਪਤਾ ਨਹੀਂ ਲੱਗਦਾ ਵੀ ਇਹ ਗੁਰੂ ਦਾ ਕੌਤਕ, ਇਹ ਕਰਾਮਾਤ ਹੈ ਕਿ ਕੀ ਹੈ। ਇਹ ਗੁਰੂ ਜੀ ਦੇ ਮਹਾਨ ਕੌਤਕ ਅਨੇਕਾਂ ਗੁਰੂ ਜੀ ਨੇ ਕੀਤੇ। ਅੱਗੇ ਵੀ ਬੇਅੰਤ ਆਉਣਗੀਆਂ ਗੁਰੂ ਜੀ ਦੀਆਂ ਮਹਾਨ ਕਥਾਵਾਂ, ਆਪਾਂ ਸਰਵਣ ਕਰਾਂਗੇ। ਮਹਾਰਾਜ ਨੇ ਤੇ ਗੋਪਾਲ ਪਾਂਧੇ ਨੂੰ ਵੀ ਉਹ ਜਿਹੜਾ ਨੇ ਸਾਰਦਾ ਦਾ ਮੰਗਲ ਪੜ੍ਹਿਆ ਸੀ, ਉਹਦਾ ਵੀ ਅਰਥ ਕਰਕੇ ਸੁਣਾਇਆ ਸੀ। ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਹੁਣ ਇਹ ਕਥਾ ਸਰਵਣ ਕਰਾਂਗੇ। ਇੱਥੇ ਪ੍ਰਸੰਗ ਦੀ ਸਮਾਪਤੀ ਹੋਈ ਹੈ। ਪੜ੍ਹ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਬਾਲ ਲੀਲਾ ਪ੍ਰਸੰਗ ਵਰਣਨ ਨਾਮ ਸਪਤਮੋ ਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਦਾ ਅੱਧਾ ਹਿੱਸਾ, ਪਹਿਲੇ ਭਾਗ ਦਾ ਬਾਲ ਲੀਲਾ ਜਿਹਦੇ ਵਿੱਚ ਪ੍ਰਸੰਗ 'ਚ ਵਰਣਨ ਕੀਤੀ ਕਵੀ ਸਾਹਿਬ ਜੀ ਨੇ 7ਵਾਂ ਅਧਿਆਏ ਇੱਥੇ ਇਤੀ ਸਮਾਪਤੀ ਹੋਇਆ ਹੈ। ਇਹ ਸਪਤਮੋਂ ਪਾਠ ਹੁੰਦਾ, ਸਪਤਮੋਂ ਪਾਠ ਨਹੀਂ ਹੁੰਦਾ, ਸਪਤਮੋਂ ਪਾਠ ਪੜ੍ਹਨਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਇੱਥੇ 7ਵਾਂ ਪ੍ਰਸੰਗ ਸਮਾਪਤ ਹੋਇਆ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸਿਸੋਂ ਵਿਖੇ ਬਿਨਾ ਲਖੇ ਅਖੇਲ ਖੇਲ ਖੇਲਹੀ ਮਿਲਾਏ ਬ੍ਰਿੰਦ ਬਾਲ ਕੋ ਪਹੇਲ ਲਾਲ ਮਿਲਹੀ ਧਰਾ ਸਰੀਰ ਹਿਤ ਦੰਬ ਮਾਨ ਕੋ ਨਿਕੰਦਨਾ ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਬਾਲ ਲੀਲਾ ਪ੍ਰਸੰਗ ਵਰਣਨ ਨਾਮ ਸਪਤਮੋ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ।